your hand guys, ਆਪਣਾ ਹੱਥ ਚੱਕ ਸਕਦੇ ਹੋ ਤੇ ਆਪਣੇ ਸਵਾਲ ਜਿਹੜੇ ਤੁਸੀਂ ਪੁੱਛ ਸਕਦੇ ਹੋ. Digitally raise your hand and you can ask. I'll allow you to talk guys on the platform right now. ठीक है Akash, you can start. Okay. Thank you very much. Just a second. There is one guy, sir. I have one query. Harpreet. Harpreet, I'll allow you to EFGH. I allow you to talk, Harpreet. You can talk. I suppose I've allowed you to talk. You can unmute yourself, Harpreet, and you can talk. Hello. Yes, Harpreet. Sir, am I audible? Yes, you are Harpreet. You are audible. Good evening, sir. Sir, I have only one query. So I have completed my all PCS syllabus, I think by Feb, but only one part is left, that is political theory part. Okay. I have also got your practice to test myself, but I have just a query to, if you can suggest me some good source for political theory part. Harpreet, what I would suggest you is thoda intezar karo. Akash sir will take up each and everything. ਹਰੇਕ ਚੀਜ਼ ਦੱਸਣਗੇ ਕਿਹੜਾ ਮਟੀਰੀਅਲ ਚੱਕਣਾ ਹੈਗਾ. ਦੇਖੋ ਤੁਸੀਂ ਆਇਲਸ ਦੀ ਤਿਆਰੀ ਕੀਤੀ ਹੈ, ਬਹੁਤ ਵਧੀਆ ਗੱਲ ਹੈਗੀ ਹੈ, ਬਟ ਥੋੜਾ ਜਿਹਾ ਨਾ ਇਹ ਮੈਂ ਹਰ ਆਕਾਸ਼ ਵਿਲ ਡੀਲ ਵਿਦ ਈਚ ਐਂਡ ਐਵਰੀਥਿੰਗ ਐਂਡ ਇਟ ਵਿਲ ਬੀ ਕੁਇਕ. ਉਸ ਤੋਂ ਬਾਅਦ ਤੁਹਾਡੀ ਜਿਹੜੀਆਂ ਕੁਐਰੀਜ਼ ਹੋਣਗੀਆਂ ਗਾਇਜ਼ ਵਿਲ ਟੇਕ ਇਟ ਅਪ. ਠੀਕ ਹੈ, ਸੋ ਓਵਰ ਟੂ ਯੂ ਆਕਾਸ਼. ਇੱਕ ਵਾਰ ਆਕਾਸ਼ ਸਰ ਨੂੰ ਸੁਣ ਲੈਣੇ ਆਪਾਂ, then come up with queries guys. ਠੀਕ ਹੈ ਆਕਾਸ਼ ਸਰ, ਪਲੀਜ਼. ਥੈਂਕ ਯੂ. Okay, thank you very much sir. So ਦੇਖੋ ਇਹਦੇ ਵਿੱਚ ਦੋ ਪੇਪਰ ਹੁੰਦੇ ਆ, ਪੇਪਰ 1 ਐਂਡ ਯੂ ਹੈਵ ਪੇਪਰ 2. ਠੀਕ ਹੈ, ਸੋ ਪੇਪਰ 1 ਜਿਹੜਾ ਜਰਨਲ ਸਟੱਡੀਜ਼ ਦਾ ਪੇਪਰ ਹੈ, ਕਿਉਂਕਿ ਆਪਣੇ ਕੋਲ ਆਪਾਂ ਨੂੰ ਇਹਦੇ ਵਿੱਚ ਪ੍ਰਾਇੋਰਟਾਈਜ਼ ਕਰਨਾ ਪੈਂਦਾ ਜਿਹੜਾ ਆਕਾਸ਼ ਸਰ, ਇਜ਼ ਯੋਰ ਸਕਰੀਨ ਸ਼ੇਅਰਡ? ਆਪਾਂ ਹਰੇਕ ਚੀਜ਼ ਨਹੀਂ ਕਰ ਸਕਦੇ. ਯੈਸ ਸਰ, ਗੁੱਡ ਸਰ. ਓਕੇ, ਸੋ ਜਿਹੜਾ ਪੇਪਰ 1 ਹੁੰਦਾ ਹੈ ਜਰਨਲ ਸਟੱਡੀਜ਼ ਦਾ ਪੇਪਰ ਹੁੰਦਾ. ਤਾਂ ਜਰਨਲ ਸਟੱਡੀਜ਼ ਦੇ ਪੇਪਰ ਦੇ ਵਿੱਚ ਜ਼ਰੂਰੀ ਕੀ ਹੈ ਕਿ ਆਪਾਂ ਆਪਦੇ ਸੋਰਸਿਸ ਨੂੰ ਲਿਮਿਟ ਕਰੀਏ, ਕਿਉਂਕਿ ਆਪਾਂ ਸੋਰਸਿਸ ਜਿੱਥੇ ਜ਼ਿਆਦਾ ਵਧਾ ਲਾਂਗੇ ਤਾਂ ਉਸ ਤੋਂ ਬਾਅਦ ਰਿਵਾਈਜ਼ ਨਹੀਂ ਹੋਏ, ਰਿਵਾਈਜ਼ੇਬਿਲਿਟੀ ਨਹੀਂ ਹੈਗੀ ਸੋਰਸਿਸ ਦੀ, ਦੈਨ ਓਬਵੀਅਸਲੀ ਯੂ ਆਰ ਗੋਇੰਗ ਟੂ ਫਾਲ ਇਨ ਟੂ ਟਰਬਲ. ਠੀਕ ਹੈ, ਤਾਂ ਕੀ ਇੰਪੋਰਟੈਂਟ ਏਰੀਆ, ਕਿਹੜਾ ਇੰਪੋਰਟੈਂਟ ਏਰੀਆ ਬਾਰ-ਬਾਰ ਰਿਵਾਈਜ਼ ਕਰਨਾ, ਆਪਾਂ ਪਹਿਲਾਂ ਉਹ ਇੰਪੋਰਟੈਂਟ ਟੌਪਿਕਸ ਡਿਸਕਸ ਕਰਾਂਗੇ, ਦੈਨ ਵੀ ਵਿਲ ਮੂਵ ਟੂਵਰਡਸ ਦੀ ਬੁੱਕ ਲਿਸਟ. Okay, so first of all, the foremost important is the current affairs. PCS ਦਾ ਪੈਟਰਨ ਕਾਫੀ ਚੇਂਜ ਹੋ ਰਿਹਾ. ਜੇ ਤੇ ਆਪਾਂ 2013 ਦਾ ਪੈਟਰਨ ਦੇਖੀਏ, 2015 ਦਾ ਪੈਟਰਨ ਦੇਖੀਏ, 2018 ਦਾ ਪੈਟਰਨ ਦੇਖੀਏ, ਕਾਫੀ ਸਾਰੇ ਚੇਂਜਸ ਆਏ ਨੇ. ਤੇ ਕਰੰਟ ਅਫੇਅਰ ਜ਼ਿਆਦਾਤਰ ਆ 3 ਸੈਕਸ਼ਨਸ ਤੋਂ ਪੁੱਛੇ ਜਾ ਰਹੇ ਨੇ. ਪਹਿਲੇ ਹੁੰਦੇ ਆ ਕਰੰਟ ਅਫੇਅਰ ਜਿਹੜੇ ਫੈਕਚੁਅਲ ਟਾਈਪ ਕੁਐਸਚਨਸ ਹੁੰਦੇ ਨੇ. ਠੀਕ ਹੈ, ਫੈਕਚੁਅਲ ਟਾਈਪ ਕੁਐਸਚਨਸ ਫॉर ਐਗਜ਼ਾਮਪਲ ਰੀਸੈਂਟ 2018 ਦੇ ਪੇਪਰ 'ਚ ਪੁੱਛਿਆ ਸੀਗਾ ਕਿ ਲੇਟੈਸਟ ਮੈਂਬਰ ਯੂਨਾਈਟਿਡ ਨੇਸ਼ਨਸ ਦਾ ਕਿਹੜਾ ਹੈ. ਠੀਕ ਹੈ, ਤਾਂ ਉਦੋਂ ਸਾਊਥ ਸੁਡਾਨ ਲੇਟੈਸਟ ਮੈਂਬਰ ਬਣਿਆ ਸੀਗਾ. ਤਾਂ ਜਿਹੜੇ ਫੈਕਚੁਅਲ ਪਾਰਟ ਹੈ ਇਹ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਹੈਗੀ. 6 ਮੰਥ ਦਾ ਤੁਸੀਂ ਕਰ ਲਿਆ ਫੈਕਚੁਅਲ ਪਾਰਟ, ਦੈਟ ਇਜ਼ ਮੋਰ ਦੈਨ ਇਨਫ. ਠੀਕ ਹੈ, ਬਹੁਤ ਘੱਟ ਚਾਂਸਸ ਨੇ ਕਿ PCS ਹੈ ਜਿਹੜਾ ਉਹ 6 ਮੰਥ ਤੋਂ ਪਿੱਛੇ ਜਾਊਗਾ, ਪਹਿਲਾਂ ਗਿਆ ਨਹੀਂ ਹੈਗਾ ਇਹ ਕਦੇ. ਤੇ ਜਿਹੜਾ ਪੰਜਾਬ ਦਾ ਪਾਰਟ ਹੈ, ਪੰਜਾਬ ਦੇ ਜਿਹੜੇ ਕਰੰਟ ਅਫੇਅਰਸ ਨੇ ਇਹ ਉਦੋਂ ਹੀ ਆਉਂਦੇ ਨੇ ਜਦੋਂ ਨੋਟੀਫਿਕੇਸ਼ਨ ਨਿਕਲ ਜਾਂਦੀ ਹੈ. ਨੋਟੀਫਿਕੇਸ਼ਨ ਦੇ ਤੇ ਐਗਜ਼ਾਮ ਦੇ ਵਿੱਚ ਜਿਹੜਾ ਗੈਪ ਹੈ ਉਹਦੇ ਵਿੱਚੋਂ ਜਿਹੜੇ ਪੰਜਾਬ ਦੇ ਕਰੰਟ ਅਫੇਅਰਸ ਨੇ ਉਹ ਪਾਏ ਜਾਂਦੇ ਆ. ਐਂਡ ਇਟ ਇਜ਼ ਬੈਟਰ ਕਿ ਪੰਜਾਬ ਦੇ ਕਰੰਟ ਅਫੇਅਰਸ ਨੂੰ ਜਿੱਥੇ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਤੇ ਨਾਲ ਆਪਦਾ GS ਪੇਪਰ 2 ਦਾ ਪੰਜਾਬੀ ਦਾ ਪਾਰਟ ਵੀ ਕਰਨਾ ਚਾਹੁੰਦੇ ਹੋ ਤਾਂ ਇੱਕ ਪੰਜਾਬੀ ਦੇ ਅਖਬਾਰ ਪੜ੍ਹਨੀ ਸਟਾਰਟ ਕਰ ਦਿਓ. Okay, and then the conceptual current affairs. ਜਿਹੜੇ conceptual current affairs ਨੇ ਇਹ 12 ਮੰਥ ਦੇ ਅਰਾਊਂਡ 12 ਮੰਥ ਦੇ ਜਿਹੜੇ ਪਿੱਛੇ ਨੇਗੇ ਇਹ ਚਲੇ ਜਾਂਦੇ ਆ. ਠੀਕ ਹੈ, ਤਾਂ ਜਦੋਂ ਦੀ ਤੁਹਾਡਾ ਐਗਜ਼ਾਮ ਹੈ 1 ਸਾਲ ਪਹਿਲਾਂ ਦੇ ਜਿਹੜੇ conceptual part ਦੇ ਕਰੰਟ ਅਫੇਅਰਸ ਹੋਏ, ਫॉर ਐਗਜ਼ਾਮਪਲ ਰੈਪਟਰ MOU ਤੇ ਕੁਐਸਚਨ ਆਇਆ ਸੀਗਾ, ਤਾਂ ਉਹ ਰੈਪਟਰ MOU ਕਾਫੀ ਪੁਰਾਣਾ ਸੀ. ਠੀਕ ਹੈ, ਤਾਂ ਆਹ ਜਿਹੜੇ 12 ਮੰਥ ਦੇ ਪਹਿਲੇ ਜਿਹੜੇ ਕਰੰਟ ਅਫੇਅਰਸ ਨੇ ਆਹ ਤੁਸੀਂ ਕਰ ਲੈਣੇ ਚਾਹੀਦੇ ਨੇ. ਠੀਕ ਹੈ, ਐਂਡ ਦੈਨ ਯੂ ਹੈਵ ਇਕੋਲੋਜੀ ਪਾਰਟ. ਇਕੋਲੋਜੀ ਦਾ ਸਾਰਿਆਂ ਨਾਲੋਂ ਪਹਿਲਾਂ ਬੇਸਿਕਸ ਆਪਦੇ ਜ਼ਰੂਰ ਸਟਰੋਂਗ ਰੱਖੋ. ਵਾਟ ਇਜ਼ ਇਕੋਲੋਜੀ, ਵਾਟ ਇਜ਼ ਨੀਸ਼, ਐਕਸੈਟਰਾ. ਠੀਕ ਹੈ, ਵਾਟ ਡੂ ਯੂ ਮੀਨ ਬਾਈ ਕੰਪੀਟੀਸ਼ਨ, ਕਮੈਂਸਲਿਜ਼ਮ. ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ. ਮਤਲਬ ਜਿਹੜੇ ਸ਼ੰਕਰ ਦੇ ਸਿਲੈਕਟਿਵਲੀ ਪਹਿਲੇ ਪਾਰਟ ਪਹਿਲੇ ਜਿਹੜੇ ਚੈਪਟਰਸ ਨੇਗੇ ਤਾਂ ਉਹਦੀ ਰੀਡਿੰਗ ਪ੍ਰੋਪਰਲੀ ਲੈ ਲਓ ਤੁਸੀਂ. ਪੰਜਾਬ ਇਕੋਲੋਜੀ ਦੇ ਵਿੱਚ ਜਿਹੜਾ ਸਪੈਸੀਫਿਕਲੀ ਏਰੀਆਸ ਟਾਰਗੇਟ ਹੋ ਰਹੇ ਨੇ, ਵੈਟਲੈਂਡਸ ਟਾਰਗੇਟ ਹੋ ਰਹੇ ਨੇ, ਐਗਰੋ ਕਲਾਈਮੈਟਿਕ ਜ਼ੋਨਸ, ਰਿਵਰਸ ਐਂਡ ਰਿਵਰ ਕਿਹੜੇ ਰਿਵਰ ਦੇ ਉੱਪਰ ਕਿਹੜੇ ਪ੍ਰੋਜੈਕਟਸ ਨੇ
ਆ ਜਿਹੜੇ 3 ਪਾਰਟਸ ਨੇ ਇਹ ਸਪੈਸੀਫਿਕਲੀ ਟਾਰਗੇਟ ਕੀਤੇ ਜਾ ਰਹੇ ਨੇ। ਐਂਡ ਕਮਿੰਗ ਟੂ ਜੀਓਗ੍ਰਾਫੀ ਚੋਂ ਜ਼ਿਆਦਾ ਨਹੀਂ ਪੁੱਛਿਆ ਜਾਂਦਾ, ਬਟ ਆ 2 ਚੀਜ਼ਾਂ ਤੁਹਾਨੂੰ ਧਿਆਨ ਨਾਲ ਕਰਨੀਆਂ ਚਾਹੀਦੀਆਂ ਨੇ। ਪਹਿਲੀ ਹੈ ਤੁਹਾਡੀ ਇਕਨੋਮਿਕ ਜੀਓਗ੍ਰਾਫੀ ਐਂਡ ਦ ਸੈਕੰਡ ਵਨ ਇਜ਼ ਯੋਰ ਐਗਰੀਕਲਚਰ। ਠੀਕ ਹੈ, ਇਕਨੋਮਿਕ ਜੀਓਗ੍ਰਾਫੀ ਕੋਲ ਮਾਈਨਸ ਬਾਰੇ ਜਾਂ ਫਿਰ ਕੋਈ ਜਿਹੜੇ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟਸ ਨੇ ਜਾਂ ਫਿਰ ਕੋਈ ਕੋਲ ਪ੍ਰੋਜੈਕਟਸ ਨੇ, ਇਹਨਾਂ ਬਾਰੇ ਤੁਹਾਨੂੰ ਐਟਲੀਸਟ ਪਤਾ ਹੋਣਾ ਚਾਹੀਦਾ, ਜਿਹੜੇ ਐਟਲੀਸਟ ਤੁਹਾਡੀ NCERT ਦੇ ਵਿੱਚ ਦਿੱਤੇ ਹੋਏ ਨੇ। ਐਂਡ ਦੈਨ ਯੂ ਹੈਵ ਦੀ ਐਗਰੀਕਲਚਰ ਪਾਰਟ। ਤਾਂ ਐਗਰੀਕਲਚਰ ਪਾਰਟ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਓਕੇ, ਉਹੀ ਜਿਹੜਾ NCERT ਦੇ ਵਿੱਚ ਚੀਜ਼ਾਂ ਨੂੰ ਦਿੱਤਾ ਹੋਇਆ। ਐਂਡ ਦੈਨ ਕਮਿੰਗ ਟੂ ਦਾ ਪੋਲਿਟੀ ਦੀ ਦੇਖੋ ਕਨਸੈਪਚੁਅਲ ਕਲੈਰਿਟੀ ਬਹੁਤ ਜ਼ਰੂਰੀ ਹੈ। ਪੋਲਿਟੀ ਦੇ ਵਿੱਚੋਂ ਜਿੰਨੇ ਵੀ ਕੁਐਸਚਨਸ ਪੁੱਛੇ ਜਾ ਰਹੇ ਆ ਸਾਰੇ ਕਨਸੈਪਚੁਅਲ ਕੁਐਸਚਨਸ ਪੁੱਛੇ ਜਾ ਰਹੇ ਨੇ, ਓਕੇ। ਸੋ ਕਨਸੈਪਚੁਅਲੀ ਪੋਲਿਟੀ ਸ਼ੁੱਡ ਬੀ ਕੁਆਇਟ ਕਲੀਅਰ। ਓਕੇ, ਕਮਿੰਗ ਟੂ ਦਾ ਇਕਨੋਮਿਕ ਪਾਰਟ ਦੇ ਵਾਸਤੇ ਤੁਹਾਨੂੰ ਇੱਕ ਕਨਸੈਪਟਸ ਦੀ ਬੇਸਿਕ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ GDP ਕੀ ਹੁੰਦੀ ਹੈ, ਇਨਫਲੇਸ਼ਨ ਕੀ ਹੁੰਦਾ। ਆ ਜਿਹੜੀ ਬੇਸਿਕ ਟਰਮੀਨੋਲੋਜੀ ਦੀ ਨੌਲੇਜ ਹੈ ਇਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਕਨਸੈਪਚੁਅਲ ਕਲੈਰਿਟੀ ਹੋਣੀ ਚਾਹੀਦੀ ਹੈ। ਐਂਡ ਬੇਸਿਕ ਇਕਨੋਮਿਕ ਟ੍ਰੈਂਡਸ ਜਿਹੜੇ ਪੰਜਾਬ ਦੇ ਨੇ, ਪੰਜਾਬ ਦਾ ਇਕਨੋਮਿਕ ਸਰਵੇ ਤੁਸੀਂ ਡਾਊਨਲੋਡ ਕਰ ਸਕਦੇ ਹੋ, 500 odd ਪੇजेस ਦੀ ਡਾਕੂਮੈਂਟ ਹੁੰਦੀ ਹੈ ਇਹ, ਤੇ ਉਹਨੂੰ ਇੱਕ ਸਪੀਡੀ ਰੀਡਿੰਗ ਲੈ ਲਓ, ਤੁਹਾਨੂੰ ਪਤਾ ਲੱਗ ਜਾਏਗਾ ਕਿ ਪੰਜਾਬ ਦੀ ਇਕਨੋਮਿਕ ਹਾਲਤ ਕੀ ਹੈ। ਇਹ ਤੁਹਾਡੇ ਮੇਨਸ ਦੇ ਵਿੱਚ ਵੀ ਕਾਫੀ ਕੰਮ ਆਉਂਦਾ, ਮੇਨਸ ਦੇ ਰਾਈਟਿੰਗ ਦੇ ਵਿੱਚ ਵੀ ਕਾਫੀ ਕੰਮ ਆਉਂਦੀਆਂ ਨੇ। And then after that you have the general sciences। ਇਹਦੇ ਚੋਂ ਬਹੁਤ basic questions ਪੁੱਛੇ ਜਾਂਦੇ ਆ। if you have done the NCERTs properly, ਜੇ ਤੁਸੀਂ NCERT 10ਵੀਂ ਤੱਕ ਦੀਆਂ ਕੀਤੀਆਂ ਹੋਈਆਂ ਨੇ ਤਾਂ ਤੁਹਾਡਾ easily ਇਹ ਜਿਹੜਾ ਪਾਰਟ ਹੈ ਉਹ ਕਵਰ ਹੋ ਜਾਂਦਾ। then word history ਦਾ ਜ਼ਿਆਦਾ ਜਿਹੜਾ ਫੋਕਸ ਹੈ ਉਹ conceptual parts ਤੇ ਨਹੀਂ ਆਇਆ, ਜ਼ਿਆਦਾ factual parts ਤੋਂ ਪੁੱਛ ਰਹੇ ਨੇ। ਤੇ factual part ਤੋਂ Renaissance ਦੇ ਵਿੱਚੋਂ ਇੱਕ ਅੱਧਾ ਕੁਐਸਚਨ ਆ ਜਾਂਦਾ ਹੁੰਦਾ। ਜਿਹੜੇ ਰੈਵੋਲੂਸ਼ਨਸ ਨੇ, ਫੋਰ ਐਗਜ਼ਾਮਪਲ ਫ੍ਰੈਂਚ ਰੈਵੋਲੂਸ਼ਨ, ਅਮਰੀਕਨ ਰੈਵੋਲੂਸ਼ਨ, ਇਹਦੇ ਤੋਂ ਜਿਹੜੇ ਫੈਕਚੁਅਲ ਕੁਐਸਚਨਸ ਨੇ ਉਹ ਪੁੱਛੇ ਜਾਂਦੇ ਆ। ਐਂਡ ਫਰੋਮ ਦੀ ਵਰਲਡ ਵਾਰ ਦਾ ਆਫਟਰਮਾਥ ਪੁੱਛਿਆ ਜਾਂਦਾ, ਤੇ ਵਰਲਡ ਵਾਰ ਦੇ ਵਿੱਚ ਜਿਹੜੀਆਂ ਬੈਟਲਸ ਹੋਈਆਂ ਨੇ ਐਕਸੈਟਰਾ ਉਹ ਪੁੱਛੀਆਂ ਜਾਂਦੀਆਂ। ਐਂਡ ਦੈਨ ਵੀ ਹੈਵ ਦੀ ਹਿਸਟਰੀ ਪਾਰਟ। ਸੋ ਹਰਨੂਰ ਸਰ। ਹੈਲੋ, ਹਾਂਜੀ। Yes, Harnoor, can you please? ਹਾਂਜੀ sir, am I audible? You are audible. Can you yes, be little loud, Harnoor? Sure sir. Okay sir, first of all I would like to ask should I speak in Hindi or Punjabi? Like ਕੁਝ ਲੋਕ Better ਤਾਂ ਪੰਜਾਬੀ ਰਹੂਗੀ ਜੀ। PCS ਦਾ ਪੇਪਰ ਹੀ ਆਪਾਂ ਪੰਜਾਬੀ ਚ ਗੱਲ ਕਰੀਏ ਤਾਂ ਵਧੀਆ ਗੱਲ ਹੈ। ਹਾਂਜੀ ਸਰ। ਹਾਂ ਠੀਕ ਹੈ ਸਰ। ਸੋ ਹਿਸਟਰੀ ਦੇਖੋ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਹਿਸਟਰੀ ਚ ਸੀ PCS ਦੀ ਪ੍ਰੋਬਲਮ ਕੀ ਹੈ ਕਿ there is no specified pattern as far as ਕਿ ਕਿੰਨਾ ਟਫ ਕੁਐਸਚਨ ਆਊਗਾ ਕਿੰਨਾ ਨਹੀਂ ਆਊਗਾ। I mean ਤੁਸੀਂ ਪਿਛਲੇ 15 ਜਾਂ 18 ਦੇ ਅਗਰ ਪੇਪਰ ਚੱਕ ਕੇ ਦੇਖੋ ਹਿਸਟਰੀ ਬਾਰੇ ਤਾਂ ਕੁਐਸਚਨ ਸਿੰਪਲ ਨਹੀਂ ਹੈ। ਜੇ ਆਪਾਂ ਗੱਲ ਕਰੀਏ ਲਾਈਕ ਕਾਫੀ ਜ਼ਿਆਦਾ ਅਜੀਬ ਕੁਐਸਚਨਸ ਪੁੱਛੇ ਹੋਏ ਉਹਨਾਂ ਨੇ। ਤੁਸੀਂ ਅਸ਼ੋਕਾ ਦੀ ਗੱਲ ਕਰੋ, ਕਿਸੇ ਮੁਗਲ ਹਿਸਟਰੀ ਦੀ ਗੱਲ ਕਰੋ, ਈਵਨ ਮਾਡਰਨ ਚਲੋ ਫਿਰ ਵੀ ਠੀਕ ਹੁੰਦਾ, ਬਟ the questions are not that simple। so again ਗੱਲ ਉੱਥੇ ਆ ਜਾਂਦੀ ਹੈ ਕਿ first of all basics ਨੂੰ stick ਕਰੋ। 8th ਤੋਂ ਲੈ ਕੇ ਜਿੰਨੀਆਂ ਵੀ NCERTs ਹੈ, 11th 12th new and old both, ਉਹ ਕਰੋ। and plus ਬਿਪਿਨ ਚੰਦਰਾ ਵਾਲੀ ਜੋ ਮੋਟੀ ਹੈ, ਜੇ ਕਰ ਸਕਦੇ ਹੋ that is good, ਨਹੀਂ ਕਰਨੀ ਤਾਂ you can go for ਸੁਮਿਤ ਸਰਕਾਰ, ਜੋ ਅਸੀਂ ਪਿਛਲੇ ਵੈਬਿਨਾਰ ਵਿੱਚ ਵੀ ਗੱਲ ਕੀਤੀ ਸੀ। ਸੁਮਿਤ ਸਰਕਾਰ is a very good book for modern India and if you do that then ਉਹ ਤੋਂ ਬਾਹਰ ਕੁਛ ਵੀ ਨਹੀਂ ਆਏਗਾ। and for ancient you have RS Sharma which is ਜੋ ਕੁਛ ਵੀ ਨਹੀਂ ਹੈ, basically old NCERT ਹੈ। and for medieval I would say new NCERT ਤੋਂ ਅੱਗੇ ਜਾਣਾ is not appropriate, but cultural part ਰਿਜ਼ਵੀ ਦੀ ਬੁੱਕ ਤੋਂ ਕਰ ਸਕਦੇ ਹੋ, that is SAA ਰਿਜ਼ਵੀ we have only। ਉਹਦੇ 'ਚ 2 ਯੂਨਿਟਸ ਹੈ ਜੋ ਕਲਚਰ ਨੂੰ ਥੋੜਾ ਸੰਬੋਧਿਤ ਕਰਦੇ ਆ, ਠੀਕ ਹੈ। ਐਂਡ ਪਲੱਸ ਹਿਸਟਰੀ ਦਾ ਇਹ ਸਿਸਟਮ ਹੈ ਕਿ ਕੁਐਸਚਨਸ ਜਿਵੇਂ ਅਸੀਂ ਗੱਲ ਕੀਤੀ ਸਿੰਪਲ ਨਹੀਂ ਹੋਣਗੇ ਐਂਡ ਯੂ ਜਸਟ ਓਨਲੀ ਹੈਵ ਟੂ ਪ੍ਰੈਕਟਿਸ। ਐਂਡ ਵਨ ਮੋਰ ਥਿੰਗ, ਇਹਦੇ 'ਚ ਸਟੇਟਮੈਂਟ ਬੇਸਡ ਕੁਐਸਚਨਸ ਦੇ ਆਰ ਨਾਟ ਆਸਕਿੰਗ। ਜਿਵੇਂ history ਚ what we see is ਕਿ they are asking you। Akash, can you stop sharing the? Yeah, go ahead. Harnoor, go ahead. Yeah. Yes sir। So I was saying कि
ਜਿਵੇਂ UPSC ਚ ਕੀ ਕਰਦੇ ਆ, they are giving you statements, statement 1 2 3. ਸਰ ਆਪਣਾ ਤੁਲਿਕਾ ਗੁਪਤਾ ਹੈਗੇ ਜੀ, ਉਹ ਕਹਿ ਰਹੇ ਹੈਗੇ ਕਿ ਕੈਨ ਯੂ ਪਲੀਜ਼ ਰਿਪੀਟ ਦ ਬੁੱਕਸ ਫॉर ਮਾਡਰਨ ਇੰਡੀਆ। ਤੁਸੀਂ ਕੋਈ ਮਾਡਰਨ ਇੰਡੀਆ ਦੀ ਜੇ ਕਿਤਾਬਾਂ ਦਾ ਜ਼ਿਕਰ ਕੀਤਾ ਹੈਗਾ? ਜੀ ਜੀ ਜੀ, ਸੀ ਮਾਡਰਨ ਇੰਡੀਆ ਸਭ ਤੋਂ ਬੇਸਿਕ ਤਾਂ ਹੈ ਤੁਹਾਡੀ NCERTs ਫਸਟ। ਹਾਂਜੀ ਹਾਂਜੀ ਬੇਸਿਕ NCERTs ਅਸੀਂ ਸ਼ੁਰੂ ਕੀਤਾ, then we go old NCERT, that is ਬਿਪਿਨ ਚੰਦਰਾ। ਰਾਈਟ ਸਰ। ठीक है, now it is published by Orient Longman, जो कि nothing है वो old NCERT, and new one is your जो basically मैं बहुत ज़्यादा focus की थी, I have this ये वाली book है। ਸਰ This ਕੀ is your ਪੰਜਾਬ PCS ਵਾਲੇ ਇਸ ਨੂੰ ਫੋਕਸ ਕਰਦੇ ਹੈਗੇ ਆ? ਪੰਜਾਬ PCS ਦੀ ਆਪਾਂ ਗੱਲ ਕਰਦੇ ਆ ਤੇ ਤੁਹਾਨੂੰ Yes, ਲੱਗਦਾ sir. ਕਿ ਪੰਜਾਬ PCS ਇੰਨੀ ਡੈਪਥ ਦੇ ਵਿੱਚ ਜਾਂਦਾ ਹੈਗਾ ਜਾਂ ਕਿਸ ਤਰ੍ਹਾਂ ਹੈਗਾ? ਸਰ ਜਿੰਨੇ ਮੈਂ ਹਿਸਟਰੀ ਦੇ ਕੁਐਸਚਨਸ ਦੇਖੇ ਆ, ਕਿਤੇ ਕਿਤੇ ਤਾਂ ਆਈ ਫੀਲ ਕਿ UPSC ਤੋਂ ਵੀ ਅੱਗੇ ਟੱਪੇ ਹੋਏ ਆ ਉਹ। ਹਾਂਜੀ, ਇਹ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਯਾਰ, ਆਪਣਾ ਪੰਜਾਬ ਤੇ ਹਰਿਆਣਾ ਆਪਣੀਆਂ ਜਿਹੜੀਆਂ ਦੋ ਸਟੇਟਾਂ ਹੈਗੀਆਂ ਨਾ, ਆ ਹਿਸਟਰੀ ਦੇ ਜਿਹੜੇ ਕੁਐਸਚਨ ਆਉਂਦੇ ਆ ਇਹ ਪਤਾ ਨਹੀਂ ਕਿੱਥੋਂ ਪੁੱਛਦੇ ਆ ਜੀ ਹਿਸਟਰੀ ਦੇ ਸਵਾਲ। ਦੋਵੇਂ ਸਟੇਟਾਂ ਵਾਲੇ ਇਦਾਂ ਦੇ ਸਵਾਲ UPSC ਵਾਲੇ ਵੀ ਨਹੀਂ ਪੁੱਛਦੇ ਜਿੰਨੇ ਡੈਪਥ ਦੇ ਵਿੱਚ। ਪਤਾ ਨਹੀਂ ਇਹਨਾਂ ਨੇ ਕਿਹੜੀ ਹਿਸਟਰੀ ਚੱਕੀ ਹੋਈ ਹੈ PCS ਵਾਲਿਆਂ ਨੇ, ਬਟ ਯੈਸ ਗਾਇਜ਼, the question asked in PCS for history, they are way too difficult. So I don't know ਇਹਦਾ ਕੀ ਤਰੀਕਾ ਹੈਗਾ, but as Harnoor sir is saying, he is the master of history ਤੇ ਤੁਹਾਨੂੰ ਸਹੀ ਗਾਈਡ ਕਰ ਰਹੇ ਹੈਗੇ। ਹਰਨੂਰ ਸਰ ਇੱਕ ਵਾਰ ਦੁਬਾਰਾ ਰਿਪੀਟ ਕਰ ਦਿਓ ਆਪਣੀ ਗੱਲ। ਸੋ ਬੁక్స్ ਵਾਲੀ ਹਾਂਜੀ ਹਾਂਜੀ सी बहुत बेसिक है। फर्स्ट इज न्यू NCERTs जो ऑलरेडी चल रही हैं, सेकंड इज ओल्ड NCERTs, ठीक है 8th ਤੋਂ ਲੈ ਕੇ। ਤੇ ਜੇ 8th ਵਾਲੀ ਤੁਹਾਨੂੰ ਲੱਗ ਰਿਹਾ ਕਿ ਵੀ ਤੁਸੀਂ ਨਹੀਂ ਕਰ ਪਾ ਰਹੇ ਤਾਂ 11 12th ਦੀ ਤਾਂ ਕਰ ਹੀ ਲੈਣੀ, ਠੀਕ ਹੈ, ਕਿਉਂਕਿ ਉਹਦੇ ਵਿੱਚ ਸਾਰਾ ਕੁਝ ਕਵਰ ਹੋ ਜਾਊਗਾ। ਐਂਡ ਬਿਯੋਂਡ ਦੈਟ ਵਾਟ ਯੂ ਕੈਨ ਡੂ ਇਜ਼ ਜੋ 올ਡ NCERT ਸੀ ਤੇ ਪਲੱਸ ਨੂੰ ਉਹਦੇ ਨਾਲ ਮਾਡਰਨ ਇੰਡੀਆ ਵੀ ਟਾਕਡ ਅਬਾਊਟ ਸੁਮਿਤ ਸਰਕਾਰ बंगाली बंदा है, ठीक है, बहुत ही अच्छा लिखा हुआ है, सुमित सरकार, ठीक है। ਠੀਕ ਹੈ सुमित सरकार आई वोंट से कि मैंडेटरी है, बट जे ਤੁਹਾਨੂੰ ਐਜ ਚਾਹੀਦਾ ਹੈ ਬਾਕੀ ਸਟੂਡੈਂਟਸ ਨਾਲੋਂ ਥੋੜਾ ਜਿਹਾ ਹਾਰਡ ਵਰਕ ਜ਼ਿਆਦਾ ਕਰ ਸਕਦੇ ਹੋ, then definitely ਤੁਹਾਨੂੰ ਪੜ੍ਹਨਾ ਚਾਹੀਦਾ। ਕੌਨਫੀਡੈਂਸ ਤਾਂ ਦੇਗਾ ਹੀ ਦੇਗਾ, ਪਲੱਸ ਇਸ ਤੋਂ ਬਾਹਰ ਆਈ ਡੋंट थिंक ਕੁਝ ਵੀ। ਠੀਕ ਹੈ ਠੀਕ ਹੈ। ਹਾਂਜੀ ਹਰ ਆਪਣਾ ਆਕਾਸ਼ ਸਰ, what is your next thing? Yes, so screen share. Sir, somebody have asked a question, Harnoor sir, कि जी। क्या जो स्पेक्ट्रम है हम लोगों की for your modern history, ਤੇ ਉਹ ਪੁੱਛ ਰਹੇ ਕਿ ਇਹ sufficient ਹੈ ਜੀ, ਸਾਡੇ ਸਰ ਜੀ। ਜਿਹੜੇ ਸਪੈਕਟਰਮ ਦੀ ਜਿਹੜੀ ਪਤਲੀ ਜੀ ਕਿਤਾਬ ਆਂਦੀ ਹੈਗੀ ਜੀ ਇੱਕ, ਹਾਂਜੀ ਹਾਂਜੀ ਤੁਹਾਨੂੰ ਸਰ, ਲੱਗਦਾ ਪਈ ਕਿ ਹੈ ਉਹ ਮੇਰੇ ਕੋਲ। ਸਫੀਸ਼ੀਐਂਟ ਹੈਗੀ ਹੈ? ਜੀ ਸਭ ਤੋਂ ਪਹਿਲਾਂ ਤਾਂ ਸਪੈਕਟਰਮ ਇੱਕ ਗਾਈਡ ਹੈ ਤੇ ਮੈਂ ਗਾਈਡ ਕਦੇ ਵੀ ਰეკਮੈਂਡ ਨਹੀਂ ਕਰੂੰਗਾ। ਮੈਨੂੰ ਲੱਗਦਾ ਸਿਮਰਨ ਦਾ ਸਵਾਲ ਸੀਗਾ ਜੀ, ਤੇ ਸਿਮਰਨ ਮੈਨੂੰ ਲੱਗਦਾ ਹੈ ਸਿਮਰਨ ਕਾਲਿੰਗ ਸਿਮਰਨ ਅਬਲੇਜ਼ IAS ਅਕੈਡਮੀ। ਸਿਮਰਨ ਜੀ ਆਪਣਾ ਜਿਹੜੀ ਇਹ ਪਤਲੀ ਗਾਈਡ ਹੈਗੀ ਹੈ ਤੇ ਟੀਚਰ ਇਹ ਕਿਤਾਬਾਂ ਰਿਕਮੈਂਡ ਨਹੀਂ ਕਰਦੇ ਜੀ, ਇਦਾਂ ਦੀ ਕਿਤਾਬਾਂ ਵੀ ਡੋਨਟ ਰਿਕਮੈਂਡ ਸੱਚ ਬੁੱਕਸ ਫॉर ਦ ਪ੍ਰੀਪਰੇਸ਼ਨ ਗਾਇਜ਼, ਵੀ ਆਰ ਸੌਰੀ। ਬਟ ਫਿਰ ਵੀ ਤੁਹਾਨੂੰ ਜੇ ਕੋਈ ਵਹਿਮ ਹੈ ਕਿ ਮੇਰਾ ਕੁਝ ਛੁੱਟ ਜਾਏਗਾ ਤਾਂ ਵਾਟ ਯੂ ਕੈਨ ਡੂ ਇਜ਼ ਤੁਸੀਂ ਕੰਪੇਅਰ ਕਰ ਸਕਦੇ ਹੋ, ਕਿਉਂਕਿ ਹੋ ਸਕਦਾ ਇੱਕ ਅੱਧਾ ਟੌਪਿਕ NCERT ਸ਼ਾਇਦ ਨਾ ਹੋਵੇ, ਸ਼ਾਇਦ ਵੈਸੇ ਤਾਂ ਹੋਊਗਾ ਬਟ ਸ਼ਾਇਦ ਉਹ ਨਾ ਹੋਵੇ। ਸੋ ਤੁਹਾਨੂੰ ਜੋ ਦਿਖ ਗਿਆ ਕਿ ਇਹ ਚੀਜ਼ ਨਹੀਂ ਕਵਰਡ, ਉਹ ਥੋੜਾ ਥੋੜਾ ਕਵਰ ਕਰ ਲਿਆ। ਠੀਕ ਹੈ ਠੀਕ ਹੈ ਜੀ ਠੀਕ ਬਟ ਹੈ। ਵੈਸੇ ਉਹਦੀ ਆਕਾਸ਼ ਗੱਲ ਸਰ, ਨਹੀਂ ਕੈਨ ਹੈ ਯੂ ਜੋ ਸੀ ਸਵਿਚ ਓਵਰ ਟੂ ਉਹ ਆਕਾਸ਼ ਸਰ, ਕੈਨ ਯੂ ਟੈਲ ਅਸ ਨਾਓ, ਗੋ ਅਹੈਡ ਐਂਡ ਟੈਲ ਅਸ ਕਿ ਤੁਸੀਂ ਜਿਹੜੀ ਕਿਤਾਬਾਂ ਦੀ ਲਿਸਟ ਕੋਈ ਤਿਆਰ ਕੀਤੀ ਹੈਗੀ ਕੁਇਕਲੀ ਸਰ। ਹਾਂਜੀ Yes sir. So history ਦਾ ਜਾਂ ਤਾਂ ਤੁਸੀਂ NCERTs ਫੋਲੋ ਕਰ ਲਓ, ਜੇ ਤੁਹਾਡੇ ਕੋਲ NCERTs ਤੁਸੀਂ ਨਹੀਂ ਫੋਲੋ ਕਰ ਰਹੇ then ਤਾਮਿਲਨਾਡੂ ਸਟੇਟ ਬੋਰਡ ਬੁੱਕਸ, they are also good books। ਤੋ ਤਾਂ ਜਿਵੇਂ ਪਹਿਲਾਂ ਪਿਛਲੇ ਜਿਹੜਾ ਵੈਬਿਨਾਰ ਆ ਉਹਦੇ ਵਿੱਚ ਵੀ ਆਪਾਂ ਡਿਸਕਸ ਕੀਤਾ ਸੀਗਾ ਕਿ NCERTs ਕਰ ਲਓ ਜਾਂ ਫਿਰ ਆ ਬੁੱਕਸ ਕਰ ਲਓ, ਤਾਂ ਇਹਦੇ ਵਿੱਚ ਵੀ ਜਿਹੜਾ ਕਲਚਰ ਦਾ ਪਾਰਟ ਹੈ ਉਹ ਕਾਫੀ ਵਧੀਆ ਤਰੀਕੇ ਨਾਲ ਕਵਰਡ ਹੈ। ਪਰ ਜਿਹੜਾ ਤੁਹਾਡਾ ਫੋਕਸ ਰਹਿਣਾ ਚਾਹੀਦਾ, ਜਿਹੜੇ ਪਾਰਟਿਕੂਲਰ ਏਰੀਆਜ਼ ਨੇ ਪਾਸਟ ਈਅਰ ਪੇਪਰਸ ਦੇ ਵਿੱਚ ਆ ਰਹੇ ਆ ਉਹਨਾਂ ਦੇ ਉੱਪਰ ਹੀ ਫੋਕਸ ਰੱਖੋ। ਮਾਡਰਨ ਹਿਸਟਰੀ ਅਗੇਨ ਬਿਪਿਨ ਚੰਦਰਾ ਪਲੱਸ ਯੂਅਰ ਸੁਮਿਤ ਸਰਕਾਰ, ਐਂਡ ਵਰਡ ਹਿਸਟਰੀ 올ਡ NCERT ਅਰਜੁਨ ਦੇਵ ਦੀ ਹੈ ਜਿਹੜੀ, ਠੀਕ ਹੈ। ਜੇ ਤੇ ਕੋਈ ਨਾਰਮਲ ਲੋਏ ਪੜ੍ਹ ਸਕਦਾ ਹੈ then he or she can, but it is not mandatory at all ਕਿ ਨਾਰਮਲ ਲੋਏ ਬਹੁਤ ਮੋਟੀ ਕਿਤਾਬ ਹੈ ਉਹਨੂੰ ਸਾਰੇ ਨੂੰ ਪੜ੍ਹ ਕੇ ਜਾਓ। ਇਟ ਇਜ਼ ਨਾਟ ਮੈਂਡੇਟਰੀ, ਬਟ ਡੂ ਹੈਵ ਐਨ ਕਮਾਂਡ ਓਨ ਦੀ ਅਰਜੁਨ ਦੇਵ 올ਡ NCERT। ਦੈਨ ਪੰਜਾਬ ਹਿਸਟਰੀ। ਸੋ ਪੰਜਾਬ ਹਿਸਟਰੀ
ਐਨੀ ਜੀਕੇ ਬੁੱਕ ਰੰਗਲਾ ਪੰਜਾਬ ਜਾਂ ਫਿਰ ਸਾਡਾ ਪੰਜਾਬ ਫਰੋਮ ਪ੍ਰੀ, ਤਾਂ ਉਹਦੇ ਵਿੱਚ ਤੁਸੀਂ ਪੰਜਾਬ ਹਿਸਟਰੀ ਦਾ ਪ੍ਰੀ ਵਾਸਤੇ ਪੰਜਾਬ ਹਿਸਟਰੀ ਕਰ ਸਕਦੇ ਹੋ। ਜਿਹੜੀ ਮੇਨਸ ਦੀ ਪੰਜਾਬ ਹਿਸਟਰੀ ਹੈ, for that I think you should recommend the BA books. What do you say, Harnoor sir? अच्छा हाँ जी सर, वर्ल्ड हिस्ट्री च आई वुड लाइक टू ऐड कि Yes sir. वर्ल्ड हिस्ट्री ਲਈ 11th ਦੀ NCERT ਆਉਂਦੀ ਹੈ, ਉਹਦੇ ਵਿੱਚ ਇੰਡਸਟਰੀਅਲ ਰੈਵੋਲੂਸ਼ਨ ਦਾ ਚੈਪਟਰ ਬਹੁਤ ਅੱਛਾ ਦਿੱਤਾ ਹੋਇਆ। ਸੋ ਨੋਟ ਡਾਊਨ ਸਟੂਡੈਂਟਸ, ਜਿਹੜਾ ਇੰਡਸਟਰੀਅਲ ਰੈਵੋਲੂਸ਼ਨ पर्टिकुलर NCERT न्यू NCERT है, थोड़ी मोटी है, और ਉਹਦੇ ਚੋਂ ਇੱਕ ਹੀ ਚੈਪਟਰ ਹੈ, that is your industrial revolution, ਜੋ ਕਿ ਬਹੁਤ ਹੀ fantastically covered ਹੈ ਉਹਦੇ ਵਿੱਚ। so that you should be covering from NCERT। ਮੈਨੂੰ ਲੱਗਦਾ ਸਰ ਤੁਹਾਡੀ ਆਵਾਜ਼ ਮਾੜੀ ਜੀ ਕੱਟ ਗਈ ਸੀਗੀ, ਇਫ ਯੂ ਕੈਨ ਰਿਪੀਟ ਅਗੇਨ, ਬਿਕੋਜ਼ ਤੁਹਾਡੀ ਆਵਾਜ਼ ਮਾੜੀ ਜੀ ਕੱਟ ਗਈ ਸੀਗੀ ਸਰ। ਇੱਕ ਵਾਰ ਸ਼ਾਰਟ ਦੇ ਵਿੱਚ ਸਰ ਰਿਪੀਟ ਕਰ ਦਿਓ। ਨਹੀਂ ਕੋਈ ਗੱਲ ਨਹੀਂ ਸਰ। ਆਏ ਸਰ, ਮੈਂ ਕਹਿ ਰਿਹਾ ਸੀ ਕਿ ਨਿਊ NCERT वर्ल्ड हिस्ट्री 11th क्लास और इंडस्ट्रियल रेवोल्यूशन वाला चैप्टर है, सिर्फ एक ही पढ़ना है, एंड दैट इज अ मस्ट। बहुत ही अच्छा कवर्ड है न्यू NCERT वर्ल्ड हिस्ट्री चैप्टर नंबर मेरे ध्यान च नहीं हैगा। कशिश मैम, ਜੇ ਤੁਸੀਂ ਇਹ ਚੀਜ਼ ਟਾਈਪ ਕਰ ਸਕਦੇ ਹੋ, ਜੇ ਆਪਣਾ ਤੁਸੀਂ ਇਫ ਯੂ ਕੈਨ ਟਾਈਪ ਵਾਟ ਸਰ ਸੈਡ, ਔਰ ਪੈਮਲ ਮੈਮ ਇਫ ਯੂ ਕੈਨ ਟਾਈਪ ਇਟ ਇਨ ਚੈਟ ਬਾਕਸ, ਜਿਹੜੀ ਸਰ ਨੇ ਇਨਫੋਰਮੇਸ਼ਨ ਦਿੱਤੀ ਹੈ ਸਰ ਹੀ ਕਰ ਸਕਣ ਤਾਂ ਬੜੀ ਵਧੀਆ ਗੱਲ ਹੋਏਗੀ। ਠੀਕ ਹੈ ਜੀ। Harnoor sir, can you type chat box ਦੇ ਵਿੱਚ ਇੱਕ ਵਾਰੀ ਟਾਈਪ ਕਰ ਦਿਓ। ਟਾਈਪ ਕਰ ਦਿਓ ਸਰ, ਬੱਚਿਆਂ ਨੂੰ ਪਤਾ ਲੱਗ ਜਾਊਗਾ। ਹਾਂਜੀ ਆਕਾਸ਼ ਸਰ, ਕੈਨ ਯੂ ਕੰਟੀਨਿਊ? ਕੋਈ ਹੋਰ ਗੱਲ ਰਹਿ ਗਈ ਹੈ ਤਾਂ ਸਰ? ਐਂਡ ਬਸ ਸਰ ਇਹੀ। ਐਂਡ ਦੈਨ ਇਨ ਦੀ ਸਾਇੰਸ, ਤਾਂ ਸਾਇੰਸ ਦੀਆਂ ਬੇਸਿਕ ਜਿਹੜੀਆਂ NCERTs ਨੇ 6th ਤੋਂ ਲੈ ਕੇ 10th ਕਲਾਸ ਦੀਆਂ, ਤੇ ਸਪੈਸ਼ਲ ਫੋਕਸ ਆਪਦਾ ਰੱਖਿਓ 9th ਕਲਾਸ ਤੇ 10th ਕਲਾਸ ਜਿਹੜੀ ਤੁਹਾਡੀ NCERT ਆ ਉਹਦੇ ਉੱਪਰ। ਐਂਡ ਦੈਨ ਲੂਸੀਐਂਟ ਦੇ ਵਿੱਚ ਵੀ ਕਾਫੀ ਵਧੀਆ ਚੀਜ਼ਾਂ ਦਿੱਤੀਆਂ ਹੁੰਦੀਆਂ ਨੇ, ਜਾਂ ਇੱਕ ਵਾਰ ਲੂਸੀਐਂਟ ਵੀ ਉੱਪਰੋਂ ਦੇਖ ਜੋ, ਸਪੀਡ ਰੀਡਿੰਗ ਕਰਦੇ ਉਹਦੇ ਚੋਂ। ਐਂਡ ਫॉर द ਇਕੋਨੋਮਿਕਸ, ਜਿਹੜਾ ਇਕੋਨੋਮਿਕਸ ਦੇ ਬਹੁਤ ਬੇਸਿਕ ਕੁਐਸਚਨਸ ਆਉਂਦੇ ਆ ਇਨਫਲੇਸ਼ਨ ਤੇ ਜਾਂ ਫਿਰ GDP ਤੇ, ਇੱਕ ਬਹੁਤ ਪਤਲੀ ਜੀ ਕਿਤਾਬ ਹੈ ਜੀ ਸ਼ੰਕਰ ਗਣੇਸ਼, ਠੀਕ ਹੈ, 150 ਜਾਂ ਫਿਰ 100 ਪੇਜਾਂ ਦੀ ਕਿਤਾਬ ਹੋਊਗੀ। ਸਿੰਪਲੀ ਬਸ ਉਹ ਆਪਦੀ ਕਿਤਾਬ ਪੜ੍ਹੋ। ਐਂਡ ਦੈਨ ਦੀ ਜਿਹੜਾ ਪੰਜਾਬ ਦੀ ਇਕੋਨਮੀ ਦਾ ਪਾਰਟ ਹੈ, ਕੋਈ ਵੀ ਤੁਸੀਂ GK ਬੁੱਕ ਰੈਫਰ ਕਰ ਸਕਦੇ ਹੋ, ਰੰਗਲਾ ਪੰਜਾਬ ਜਾਂ ਫਿਰ ਸਾਡਾ ਪੰਜਾਬ, ਕੋਈ ਵੀ ਤੁਸੀਂ ਜਿਹੜੀ GK ਬੁੱਕ ਹੈ ਉਹ ਰੈਫਰ ਕਰੋ। ਮੈਂ ਇੱਥੇ ਐਡ ਕਰਦਾ ਜੀ, ਪੰਜਾਬ ਦੀ ਜਿਹੜੀ ਇਕੋਨਮੀ ਵਾਲਾ ਪੋਰਸ਼ਨ ਹੁੰਦਾ ਹੈਗਾ, ਠੀਕ ਹੈ, ਪੰਜਾਬ ਇਕੋਨਮੀ ਵਾਲਾ ਜਿਹੜਾ ਪੋਰਸ਼ਨ ਹੁੰਦਾ ਹੈਗਾ, ਆਪਾਂ ਇਹਦੇ ਵਾਸਤੇ ਬੈਟਰ ਰਹਿੰਦਾ ਹੈਗਾ ਜਿਹੜਾ ਪੰਜਾਬ ਦਾ ਇਕਨੋਮਿਕ ਸਰਵੇ ਹੋਵੇ। ਪੰਜਾਬ ਦਾ ਸਪੈਸੀਫਿਕ ਇਕਨੋਮਿਕ ਸਰਵੇ ਹੁੰਦਾ ਹੈ ਗਾਇਜ਼, ਵੀ ਹੈਵ ਟੂ ਗੋ ਥਰੂ ਇਟ। ਠੀਕ ਹੈ, ਇਹ ਇਕਨੋਮਿਕ ਸਰਵੇ ਤੁਸੀਂ ਪੰਜਾਬ ਗਵਰਨਮੈਂਟ ਦੀ ਜਿਹੜੀ ਵੈਬਸਾਈਟ ਹੈਗੀ ਹੈ ਨਾ ਆਪਣੀ ਪੰਜਾਬ ਗਵਰਨਮੈਂਟ ਦੀ, ਉਹਦੇ ਤੇ ਜਾਂ ਗੂਗਲ ਕਰ ਲਓ। ਠੀਕ ਹੈ, ਗੂਗਲ ਕਰ ਲਓ, ਤੁਹਾਨੂੰ ਗੂਗਲ ਕਰਕੇ ਲੱਭ ਜੂਗੀ। ਤੇ ਆਪਾਂ ਜਿਹਦਾ ਇਕਨੋਮਿਕ ਸਰਵੇ ਲੱਭ ਕੇ ਇਹਨੂੰ ਇੱਕ ਵਾਰ ਕਰ ਲਈਏ, ਇਟ ਇਜ਼ ਗੁੱਡ ਇਨਫ ਗਾਇਜ਼, ਵੀ ਹੈਵ ਟੂ ਡੂ ਇਟ। ਜਿਵੇਂ ਆਪਾਂ ਜਿਹੜੇ ਸਟੂਡੈਂਟਸ IAS ਦੀ ਤਿਆਰੀ ਕਰਦੇ ਆ ਹਨਾ, ਵੀ ਅਸੀਂ ਇਕਨੋਮਿਕ ਸਰਵੇ ਲੈਂਦੇ ਆ ਤੇ ਇੰਡੀਆ ਦਾ ਹੈ ਨਾ ਇਕਨੋਮਿਕ ਸਰਵੇ, ਉਦਾਂ ਹੀ ਪੰਜਾਬ ਗਵਰਨਮੈਂਟ ਦਾ ਵੀ ਇਕਨੋਮਿਕ ਸਰਵੇ ਆਉਂਦਾ ਹੈ ਗਾਇਜ਼। ਉਹ ਬਹੁਤ ਚੀਜ਼ਾਂ ਨੂੰ ਕਵਰ ਕਰ ਲੈਂਦਾ ਫॉर ਇਕਨੋਮੀ। ਇਹਨੂੰ ਲਾਈਟਲੀ ਨਾ ਲਿਓ ਤੇ ਇਹਨੂੰ ਕਰ ਲਿਓ ਇੱਕ ਵਾਰ ਜਰੂਰ ਤੋਂ ਡਾਊਨਲੋਡ ਕਰਕੇ ਈਜ਼ੀਲੀ, ਔਰ ਵੀ ਵਿਲ ਬੀ ਸ਼ੇਅਰਿੰਗ ਦ ਲਿੰਕ ਇਨ। ਹਾਂਜੀ ਸਰ। Sorry, actually we are very sorry Akshay, we are not able to join on YouTube channel this time, but you will get the whole video at our YouTube channel। YouTube ਤੇ ਅਸੀਂ ਪਾ ਦਾਂਗੇ ਜੀ ਵੀਡੀਓ, but we are sorry, we are unable to join on YouTube today ਕਿਸੇ ਕਾਰਨ ਕਰਕੇ। I don't know why glitch ਹੋ ਗਿਆ ਜਾਂ ਕੋਈ ਪ੍ਰੋਬਲਮ ਆ ਗਈ ਹੈਗੀ, YouTube ਦੇ ਨਾਲ ਕਨੈਕਟ ਨਹੀਂ ਹੋ ਰਿਹਾ। I have been trying to connect to YouTube but ਨਹੀਂ ਹੋ ਰਿਹਾ ਹੈਗਾ। ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਜੇ ਆਪਾਂ ਬਾਅਦ ਦੇ ਵਿੱਚ ਜਾਂ ਕੱਲ ਜਾਂ ਪਰਸੋਂ ਜੇ YouTube ਤੇ ਅੱਡ ਤੋਂ ਲਾਈਵ ਹੋ ਸਕੀਏ ਤਾਂ ਗਾਇਸ ਪਲੀਜ਼। ਠੀਕ ਹੈ, ਤੇ ਯੈਸ ਹਾਂਜੀ ਅੱਗੇ ਕੋਈ ਸਵਾਲ ਹੋਏ ਤਾਂ ਯੈਸ ਆਕਾਸ਼ ਸਰ, ਤੁਹਾਡਾ ਕੁਝ ਰਹਿ ਗਿਆ ਹੈਗਾ ਤੇ ਤੁਸੀਂ ਦੱਸ ਦਿਓ ਸਰ। ਓਕੇ, ਹਾਂਜੀ ਸਰ, ਇੱਕ ਇਕਨੋਮਿਕ ਸਰਵੇ, ਬਜਟ ਇਕਨੋਮਿਕ ਸਰਵੇ ਹੈ ਲੇਟੈਸਟ ਪੰਜਾਬ ਦਾ। ਹਾਂਜੀ ਸਰ, ਮੈਂ ਕਹਿ ਰਹੀ ਸੀ ਜੇਕਰ ਤੁਸੀਂ ਬੱਚਿਆਂ ਨੂੰ ਹੈਲਪ ਕਰ ਸਕੋ ਤੇ ਡਾਇਰੈਕਟਲੀ ਨਾ ਆਪਾਂ ਟੈਲੀਗ੍ਰਾਮ ਚੈਨਲ ਦੇ ਉੱਤੇ ਹੀ ਬੇਸਿਕਲੀ ਫਲੈਸ਼ ਕਰ ਦਈਏ ਬਜਟ ਤੇ ਇਕਨੋਮਿਕ ਸਰਵੇ ਡਾਇਰੈਕਟਲੀ, ਸੋ ਦੈਟ ਦੇ ਕੈਨ ਸੇ। ਹਾਂਜੀ ਬਿਲਕੁਲ, ਉਹ ਜਿਹੜੀ ਵੀ ਆਪਣੀਆਂ ਬੁੱਕ ਲਿਸਟ ਹੈ ਇਹਨਾਂ ਦਾ ਜਿਹੜਾ PDF ਫਾਰਮੈਟ ਹੈ ਇਹ ਸਾਡੇ ਟੈਲੀਗ੍ਰਾਮ ਚੈਨਲ ਤੇ ਤੁਹਾਨੂੰ ਮਿਲ ਜੂਗਾ। In case due to lockdown or due to other reasons,
ਤੁਹਾਡੇ ਕੋਲ ਬੁੱਕਸ ਨਹੀਂ ਹੈਗੀਆਂ, ਸੋ ਵੀ ਵਿਲ ਪ੍ਰੋਵਾਈਡ ਦਾ PDF ਫਾਰਮੈਟ ਆਫ ਦੈਟ ਪਾਰਟਿਕੂਲਰ ਬੁੱਕਸ। ਭਾਵੇਂ ਇਹ ਤਾਮਿਲਨਾਡੂ ਬੋਰਡ ਦੀਆਂ NCERTs ਨੇ, ਭਾਵੇਂ ਪਿੰਨ ਚੰਦਰ ਹੈ, ਐਕਸੈਟਰਾ, ਇਹ ਸਾਰਾ ਕੁਝ ਤੁਹਾਨੂੰ PDF ਫਾਰਮੈਟ ਦੇ ਵਿੱਚ ਮਿਲ ਜੂਗਾ। ਹਾਂਜੀ, ਪੰਜਾਬ ਵਾਲਿਓ ਇਹ ਨਾ ਸੋਚੋ ਕਿ ਤਾਮਿਲਨਾਡੂ ਵਾਲੀ ਤੁਹਾਨੂੰ ਕਿਤਾਬ ਦੱਸ ਰਹੇ ਹੈਗੇ ਆ ਸਰ ਤੇ ਤਾਮਿਲਨਾਡੂ ਵਾਲੀ ਕਿਤਾਬ ਨਹੀਂ ਪੜ੍ਹਨੀ ਹੈਗੀ ਹੈ। ਇਹ ਤਾਮਿਲਨਾਡੂ ਵਾਲੀ ਜਿਹੜੀ ਕਿਤਾਬ ਹੈ ਆਪਣੇ PCS ਵਾਸਤੇ ਵੀ ਕੰਪਲੀਟਲੀ ਰਿਲੇਵੈਂਟ ਹੈਗੀ ਹੈ ਜੀ, ਠੀਕ ਹੈ। ਹਾਂਜੀ ਆਕਾਸ਼ ਸਰ। ਸੋ ਪੋਲਿਟੀ ਵਾਸਤੇ NCERTs 6 ਤੋਂ ਲੈ ਕੇ 10th ਕਲਾਸ ਦੀਆਂ। ਤੇ ਬੱਚਾ ਹਰਪ੍ਰੀਤ ਸਿੰਘ ਪੁੱਛ ਰਹੇ ਸੀਗੇ ਕਿ ਜਿਹੜੀ ਪੋਲੀਟੀਕਲ ਥਿਊਰੀ ਹੈ, ਤਾਂ ਪੋਲੀਟੀਕਲ ਥਿਊਰੀ ਦੇ ਵਿੱਚ ਕੀ ਹੈ ਕਿ ਜਿਹੜੀਆਂ ਤੁਹਾਡੀਆਂ 10th ਤੋਂ ਬਾਅਦ ਦੀਆਂ ਜਿਹੜੀਆਂ ਪੋਲੀਟੀਕਲ ਸਾਇੰਸ ਦੀਆਂ ਜਿਹੜੀਆਂ NCERTs ਨੇ, ਉਹਦੇ ਵਿੱਚ ਪੋਲੀਟੀਕਲ ਥਿਊਰੀ ਦੀ ਵੀ NCERT ਹੈ, ਠੀਕ ਹੈ। ਪੋਲੀਟੀਕਲ ਥਿਊਰੀ ਦੀ NCERT ਉਹ ਪੜ੍ਹ ਜਾਓ, ਜੇ ਤੇ ਉਹਦੇ ਵਿੱਚੋਂ ਆ ਰਹੀ ਹੈ ਚੀਜ਼ ਦੈਨ ਵੈਲ ਐਂਡ ਗੁੱਡ ਇਨਫ। ਜੇ ਤੇ ਉਸ ਤੋਂ ਬਾਅਦ ਉਸ ਤੋਂ ਬਾਹਰ ਕਿਤੇ ਕੋਈ ਚੀਜ਼ ਜਾ ਰਹੀ ਹੈ ਤਾਂ ਉਸ ਚੀਜ਼ ਨੂੰ ਛੱਡ ਦਿਓ। ਕੋਈ ਤੁਹਾਨੂੰ ਅਵਾਰਡ ਨਹੀਂ ਮਿਲੂਗਾ ਕਿ ਤੁਸੀਂ ਸਾਰੇ ਕੁਐਸਚਨ ਕੀਤੇ ਤੇ ਸਾਰੇ ਕੁਐਸਚਨ ਗਲਤ ਕੀਤੇ, ਇਸ ਚੀਜ਼ ਦਾ ਕੋਈ ਅਵਾਰਡ ਨਹੀਂ ਮਿਲਣ ਵਾਲਾ। ਬਸ ਤੁਸੀਂ ਇਹ ਕੰਪੀਟੀਸ਼ਨ ਹੈ, ਕੰਪੀਟੀਸ਼ਨ ਨੂੰ ਕੰਪੀਟੀਸ਼ਨ ਸਮਝ ਕੇ ਖੇਡੋ ਕਿ ਜੇ ਤੇ ਨਾਲ ਵਾਲਾ ਤੁਹਾਡੇ 40 ਕੁਐਸਚਨ ਕਰ ਰਿਹਾ, ਤੁਸੀਂ 42 ਕੁਐਸਚਨ ਵੀ ਕਰਤੇ ਤਾਂ ਇਹਦਾ ਮਤਲਬ ਤੁਸੀਂ ਇਨ ਹੋ, ਠੀਕ ਹੈ। ਸਾਂ ਇਹ ਬੁੱਕ ਲਿਸਟ ਦੇਣ ਦਾ ਮਤਲਬ ਵੀ ਇਹੀ ਹੈ ਕਿ ਤੁਸੀਂ ਆਪਦੀ ਜਿਹੜੀ ਪ੍ਰੈਪਰੇਸ਼ਨ ਹੈ ਫॉर ਪੇਪਰ 1, ਉਹਨੂੰ ਆਪਦੀ ਪ੍ਰੈਪਰੇਸ਼ਨ ਨੂੰ ਤੁਸੀਂ ਲੀਨੀਏਟ ਕਰੋ, ਉਹਨੂੰ ਲਿਮਿਟ ਕਰੋ ਤੇ ਬਾਰ-ਬਾਰ ਇੱਕੋ ਚੀਜ਼ ਨੂੰ ਰਿਵਾਈਜ਼ ਕਰਦੇ ਜਾਓ ਤਾਂ ਕਿ ਉਸ ਚੀਜ਼ ਦੇ ਵਿੱਚੋਂ ਜੇ ਕੋਈ ਕੁਐਸਚਨ ਆਵੇ ਤਾਂ ਤੁਸੀਂ ਉਸ ਚੀਜ਼ ਨੂੰ ਹੱਲ ਕਰ ਸਕੋ। ਹੈਲੋ ਸਰ, ਆਈ ਵੁੱਡ ਲਾਈਕ ਟੂ ਇੰਟਰਵੀਨ ਹੇਅਰ, ਤੁਹਾਨੂੰ ਇੰਟਰਪਟ ਕਰਨਾ ਚਾਹੂੰਗਾ। ਹਾਂਜੀ ਸਰ। ਜਿਹੜੇ ਸਟੂਡੈਂਟਸ ਪੋਲੀਟੀਕਲ ਥਿਊਰੀ ਬਾਰੇ ਕਾਫੀ ਕੰਫਿਊਜ਼ਡ ਹੈ, and I would like to say कि एक YouTube channel है that is the School of Life, ठीक है। If you can work hard, the School of Life जो काफी philosophers है ਉਹਨਾਂ ਦੇ gist ਤੁਸੀਂ ਪੜ੍ਹ ਸਕਦੇ ਹੋ, ਜੋ basic philosophies ਦਿੱਤੀਆਂ, ਜਿਵੇਂ John Rawls ਦੀ ਕੁਐਸਚਨ ਆ ਸਕਦਾ ਹੈ, you have Baruch Spinoza, you have other enlightenment thinkers, Immanuel Kant है and वगैरह वगैरह। तो the School of Life मैं टाइप भी कर देना, ये काफी इंपॉर्टेंट चैनल है। नहीं भी करोगे तो कोई आसान नहीं टूटेगा, और जो नहीं सर कर लेंगे जी, जवाब कर लेंगे। that will be good, ठीक है, क्योंकि and if you do this then I think ਇਸ ਤੋਂ ਜ਼ਿਆਦਾ ਕੁਝ ਵੀ ਕਰਨ ਦੀ ਲੋੜ ਨਹੀਂ ਹੈ। It is ਯਾਰ ਇੱਕ ਗੱਲ ਮੈਂ ਵੀ ਇੱਥੇ ਐਡ ਕਰਨਾ ਚਾਹੂੰਗਾ ਕਿ there are so many YouTube channels ਹੈ ਨਾ, ਬੜੇ ਇਕੱਠੇ ਹੋ ਗਏ ਹੈਗੇ ਆ, ਜਿਹੜੇ ਨਹੀਂ ਵੀ ਕੋਚਿੰਗ ਇੰਸਟੀਚਿਊਟ ਚਲਾਉਂਦੇ ਸੀ ਉਹ ਵੀ ਆ ਗਏ ਹੈਗੇ ਪਿਕਚਰ ਦੇ ਵਿੱਚ। ਗਾਇਜ਼ ਗੱਲ ਇਹ ਹੁੰਦੀ ਹੈ, ਆਪਣਾ ਜਿਹੜਾ ਤੁਸੀਂ ਦੇਖੋ ਯਾਰ, ਜਿਹੜਾ ਤੁਹਾਡਾ ਉਸਤਾਦ ਹੁੰਦਾ ਨਾ, ਉਹ ਆਪਾਂ ਨੂੰ ਬੜਾ ਸੋਚ ਸਮਝ ਕੇ ਚੂਜ਼ ਕਰਨਾ ਚਾਹੀਦਾ। ਤੇ ਡੋਂਟ ਗੋ ਟੂ ਈਚ ਐਂਡ ਐਵਰੀ ਚੈਨਲ ਐਂਡ ਵਾਚ ਕਿ ਹਾਂ ਬਈ ਇਹ ਕੀ ਕਹਿ ਰਿਹਾ, ਉਹ ਕੀ ਕਹਿ ਰਿਹਾ। ਸਮਟਾਈਮਸ ਇਟ ਇਜ਼ ਇਰਰੈਲੇਵੈਂਟ। ਬਹੁਤ ਹੀ ਚਾਹੇ ਥੋੜੀ ਚੀਜ਼ ਕਰੋ ਬਟ ਉਹਨੂੰ ਬੜੇ ਵਧੀਆ ਤਰੀਕੇ ਨਾਲ ਕਰੋ ਯਾਰ, ਠੀਕ ਹੈ। ਸੋ ਡੋਂਟ ਰਨ ਆਫਟਰ YouTube ਚੈਨਲਸ ਤੇ ਟੈਕਸਟ ਦੇ ਪਿੱਛੇ ਜਾਓ। ਵੀਡੀਓ ਦੇਖ ਕੇ ਆਪਣਾ ਕੋਈ ਐਡੀ ਗੱਲਬਾਤ ਨਹੀਂ ਹੁੰਦੀ। ਹਾਂ, ਇਹ ਵਾਲਾ ਵੀਡੀਓ ਤੁਸੀਂ ਜ਼ਰੂਰ ਦੇਖ ਲਿਓ, ਬਟ ਅਪਾਰਟ ਫਰਮ ਦੈਟ ਯਾਰ ਥਿੰਗਸ ਹੈਵ ਬਿਕਮ ਵੈਰੀ ਇਰਰੈਲੇਵੈਂਟ ਆਲਸੋ। ਕਈ ਚੀਜ਼ਾਂ ਆਪਣੇ ਵਾਸਤੇ ਇਰਰੈਲੇਵੈਂਟ ਨਹੀਂ ਹੈਗੀਆਂ। UPSC ਦਾ PCS ਦਾ ਸਿਲੇਬਸ ਆਪਣੇ ਸਾਹਮਣੇ ਰੱਖ ਕੇ ਤਿਆਰੀ ਕਰੋ। ਇਹ ਨਹੀਂ ਹੈਗਾ ਕਿ ਆਪਾਂ ਇਹਦੇ UPSC ਦੀ ਕਾਪੀ ਪੇਸਟ ਇੱਥੇ ਨਹੀਂ ਹੈਗਾ ਗਾਇਜ਼। ਮੈਂ ਫਿਰ ਰਿਪੀਟ ਕਰ ਰਿਹਾ, ਸਿਲੇਬਸ ਇਜ਼ ਦੀ ਬਾਈਬਲ ਫॉर ਦਿਸ। ਆਪਣੇ ਵਾਸਤੇ ਗੁਰੂ ਗ੍ਰੰਥ ਸਾਹਿਬ ਕੀ ਹੈਗਾ ਜੀ, ਆ ਸਿਲੇਬਸ ਫॉर ਕਲੀਅਰਿੰਗ ਦਿਸ ਐਗਜ਼ਾਮ। ਟੂ ਬੀ ਵੈਰੀ ਫਰੈਂਕ ਯਾਰ, ਸਿਲੇਬਸ ਸਾਹਮਣੇ ਰੱਖੋ। ਜਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਹਾਂ ਯਾਰ ਇਹ ਚੀਜ਼ ਨਹੀਂ ਹੋਈ, ਉਹਨੂੰ ਜਿੱਦਾਂ ਮਰਜ਼ੀ ਕਵਰ ਅਪ ਕਰੋ। ਚਾਹੇ ਆਪਣਾ ਸਾਨੂੰ ਕਾਲ ਕਰੋ, ਮੈਸੇਜ ਕਰੋ। ਇਹ ਮੈਡਮ ਨੇ ਆਪਣਾ ਟੈਲੀਗ੍ਰਾਮ ਚੈਨਲ ਦਾ ਵੀ ਇੱਥੇ ਦੱਸਿਆ ਹੈਗਾ ਜੀ। ਸ਼ੀ ਵਿਲ ਬੀ ਗਿਵਿੰਗ ਆਲ ਦੋਜ਼ ਡਿਟੇਲਸ। ਤੁਸੀਂ ਉਹ ਤੇ ਚੈੱਕ ਕਰੋ ਕਿ ਹਾਂ ਇਹ ਚੀਜ਼ ਆਪਣੇ ਵਾਸਤੇ ਰੈਲੇਵੈਂਟ ਹੈਗੀ ਹੈ ਤੇ ਉਹ go according to the syllabus ਦੇ accordingly ਚੱਲੋ guys, ਠੀਕ ਹੈ। ਯਸ ਹਰਨੂਰ ਸਰ, ਕੋਈ ਚੀਜ਼ ਰਹਿ ਗਈ ਹੈ ਤੇ ਪਲੀਜ਼ ਦੱਸ ਦਿਓ ਜਵਾਕਾਂ ਨੂੰ। नो सर, बस यही द स्कूल ऑफ लाइफ चैनल, अदरवाइज ਤੁਹਾਨੂੰ ਮਤਲਬ ਹਰ ਚੀਜ਼ ਚ ਕੰਮ ਦੇਗਾ। दैट्स व्हाई आई मेंशनड स्पेशली। एंड ਜਿਵੇਂ ਸਰ ਨੇ ਕਿਹਾ ਕਿ YouTube ਤੇ ਸਾਰਾ ਟਾਈਮ ਵੇਸਟ ਨਹੀਂ ਕਰਨਾ। ਐਂਡ ਅਗਰ 45-50 ਮਿੰਟਸ ਤੋਂ ਤੁਸੀਂ ਜ਼ਿਆਦਾ YouTube ਦੇਖ ਰਹੇ ਹੋ ਦਿਨ ਚ, then you are literally wasting your life and wasting your time। ਤੁਹਾਨੂੰ ਉਹਦੇ ਚ ਕੁਝ ਨਹੀਂ ਲੱਗੂਗਾ। ਬਿਲਕੁਲ ਸਰ। Harnoor sir, there's one question and question answer. Devjot Singh asked that what is the importance of art and culture in PCS exam? Is it as important and extensive as it is in UPSC, or it's different, or it's less than UPSC? Very good question। ਸਭ ਤੋਂ ਪਹਿਲਾਂ ਤਾਂ ਸੀ ਜਿੱਥੇ ਵੀ ਆਪਾਂ PCSC UPSC ਨੂੰ ਕੰਪੇਅਰ ਕਰਦੇ ਹਾਂ, ਐਕਸਟੈਂਸਿਵ ਤੇ ਕੰਪਰੀਹੈਂਸਿਵਨੈਸ ਵਾਲਾ ਪਾਰਟ ਹੈ ਉਹ ਘਟ ਜਾਂਦਾ ਹੈ। UPSC obviously is more comprehensive because UPSC ਦੇ ਅੰਡਰ ਪੂਰੇ ਇੰਡੀਆ ਦਾ ਕਲਚਰ ਕਿਤੇ ਨਾ ਕਿਤੇ ਫੋਕਸ ਹੈ ਹੁੰਦਾ।
ਉਹ ਫੋਕਸ ਇਹ ਨਹੀਂ ਹੈ ਕਿ ਬਿਲਕੁਲ ਹੀ ਜ਼ੀਰੋ ਹੋ ਜਾਏਗਾ, ਬਟ ਕਿਤੇ ਨਾ ਕਿਤੇ ਘਟ ਜਾਏਗਾ। ਸੋ ਯੈਸ ਯੂ ਹੈਵ ਟੂ ਪ੍ਰਿਪੇਅਰ ਆਰਟ ਐਂਡ ਕਲਚਰ, ਬਟ ਬਹੁਤ ਜ਼ਿਆਦਾ ਡੈਪਥ 'ਚ ਨਹੀਂ ਜਾਣਾ। ਨਿਤਿਨ ਸਿੰਘਾਨੀਆ ਬਿਲਕੁਲ ਹੀ ਤੁਸੀਂ ਪੂਰਾ ਫੋਕਸ ਉੱਤੇ ਦਿੱਤਾ, ਪਤਾ ਨਹੀਂ ਕਿੰਨੀਆਂ ਬੁੱਕਸ ਤੁਸੀਂ ਆਰਟ ਐਂਡ ਕਲਚਰ ਤੇ ਤੁਸੀਂ ਪੜ੍ਹ ਰਹੇ ਹੋ। ਸੋ UPSC ਜਿੰਨਾ ਫੋਕਸ ਆਰਟ ਐਂਡ ਕਲਚਰ 'ਚ ਰਿਕੁਆਇਰਡ ਨਹੀਂ ਹੈ, ਬਟ ਹਿਸਟਰੀ ਦਾ ਜਿਹੜਾ ਆਰਟ ਐਂਡ ਕਲਚਰ ਪਾਰਟ ਹੈ, ਯੂ ਹੈਵ ਟੈਂਪਲਸ, ਮੌਸਕ, ਗਾਰਡਨਸ, ਠੀਕ ਹੈ, ਮੁਗਲਸ ਨੇ ਕੀ ਕੀਤਾ ਤੇ ਦਿੱਲੀ ਸੁਲਤਾਨਸ ਨੇ ਕੀ ਕੀਤਾ, ਗੁਪਤਾਸ ਆਰਕੀਟੈਕਚਰ ਐਂਡ ਸੋ ਔਨ। ਹਿਸਟਰੀ ਵਾਲਾ ਆਰਟ ਐਂਡ ਕਲਚਰ ਇੰਪੋਰਟੈਂਟ ਹੋ ਜਾਂਦਾ ਬਿਕੋਜ਼ ਉਹ ਮੇਨਸ 'ਚ ਵੀ ਕੁਐਸਚਨ ਆ ਜਾਂਦੇ। ਔਰ ਲਾਸਟ ਈਅਰ ਮੇਨਸ ਕੁਐਸਚਨ ਜੋ ਆਪਣਾ ਸੰਗਮ ਕਲਚਰ ਦੇ ਉੱਤੇ ਆ ਗਿਆ, even though it has nothing to do with Punjab. So history वाला art and culture becomes important. बाकी folk dances, music ते all over India च different tribes ते काफी कुछ जो art and culture दा आंदा है, वो थोड़ा जिहा importance ਉਹਦੀ ਘੱਟ ਜਾਂਦੀ ਹੈ, rather ਕਾਫੀ ਘੱਟ ਜਾਂਦੀ ਹੈ, ਥੋੜੀ ਵੀ ਨਹੀਂ। ਸੋ ਤੁਹਾਡੇ ਕੁਐਸਚਨ ਦਾ ਆਨਸਰ ਇਹ ਹੋਏਗਾ ਕਿ art and culture focus ਕਰਨਾ ਹੈ, but more on history part, ancient and medieval, plus ਜਿਹੜਾ news ਚ ਹੋਏਗਾ obviously। ਹਾਂਜੀ ਕੋਈ ਡਾਊਟ ਹੈ ਤਾਂ ਪੁੱਛ ਸਕਦੇ ਹੋ। ਹਾਂਜੀ ਕੋਈ ਡਾਊਟ ਹੈਗਾ ਤਾਂ ਦੇਵਜੋਤ ਤੁਸੀਂ ਪੁੱਛ ਸਕਦੇ ਹੋ। ਹਾਊ ਮਚ ਕਰੰਟ ਅਫੇਅਰਸ ਇਜ਼ ਰਿਕੁਆਇਰਡ ਫॉर PPSC? ਹਾਂਜੀ ਕਰੰਟ ਅਫੇਅਰ ਕਿੰਨਾ ਕੁ ਰਿਕੁਆਇਰਡ ਹੈ? ਮੇਰੇ ਖਿਆਲ ਹੈ ਆਪਣਾ ਜਵਾਬ ਦਿੱਤਾ ਸੀਗਾ ਆਕਾਸ਼ ਸਰ ਨੇ, ਬਟ ਆਕਾਸ਼ ਸਰ ਜੇ ਤੁਸੀਂ ਰਿਪੀਟ ਕਰ ਸਕੋ। ਓਕੇ, ਸੋ ਕਰੰਟ ਅਫੇਅਰਸ ਜ਼ਿਆਦਾਤਰ ਜਿਹੜਾ ਉਹ 3 ਟਾਈਪਸ ਦਾ ਆ ਰਿਹਾ। ਇੱਕ ਤਾਂ ਜਿਹੜਾ ਆਪਾਂ ਕਹਿੰਦੇ ਆ ਪੰਜਾਬ ਸਪੈਸੀਫਿਕ ਕਰੰਟ ਅਫੇਅਰਸ। ਪੰਜਾਬ ਸਪੈਸੀਫਿਕ ਕਰੰਟ ਅਫੇਅਰ ਮੈਜੋਰਿਟੀ ਆਫ ਕਰੰਟ ਅਫੇਅਰ ਤੁਹਾਡਾ ਉਦੋਂ ਕੰਪਲੀਟ ਹੋ ਜਾਂਦਾ ਨੋਟੀਫਿਕੇਸ਼ਨ ਜਿਵੇਂ ਆਪਣੀ ਆਈ ਹੈ, ਤਾਂ ਨੋਟੀਫਿਕੇਸ਼ਨ ਤੋਂ ਬਾਅਦ ਤੁਸੀਂ ਅਗਰ ਅਖਬਾਰ ਪੜ੍ਹਨੀ ਸਟਾਰਟ ਕਰ ਦਿਓ, ਮੈਜੋਰਿਟੀ ਆਫ ਦਾ ਕਰੰਟ ਅਫੇਅਰ ਤੁਹਾਡਾ ਫਿਰ ਵੀ ਕੰਪਲੀਟ ਹੋ ਜਾਏਗਾ, ਠੀਕ ਹੈ। ਐਂਡ ਦੈਨ ਉਸ ਤੋਂ ਬਾਅਦ ਜਿਹੜਾ ਹੁੰਦਾ ਕੰਸੈਪਚੁਅਲ ਪਾਰਟ, ਤਾਂ ਜਿਹੜਾ ਕੰਸੈਪਚੁਅਲ ਪਾਰਟ ਜਿਵੇਂ ਆਪਾਂ UPSC ਵਾਸਤੇ ਜਦੋਂ ਪ੍ਰੈਪਰੇਸ਼ਨ ਕਰਦੇ ਹਾਂ ਤਾਂ ਪੂਰੇ ਸਾਲ ਦਾ ਕਰਦੇ ਹਾਂ, ਬਿਲਕੁਲ ਉਸੇ ਪੈਟਰਨ ਤੇ ਆਪਦਾ ਰੱਖੋ ਕੰਸੈਪਚੁਅਲ ਪਾਰਟ ਤੇ, ਕਿਉਂਕਿ ਪਿਛਲੇ ਸਾਲ REPMOU ਤੇ ਵੀ ਕੁਐਸਚਨ ਆ ਗਿਆ ਸੀ, ਤਾਂ ਹੋਰ ਵੀ ਕਾਫੀ ਕੰਸੈਪਚੁਅਲ ਕੁਐਸਚਨ ਆਏ ਸੀਗੇ, ਬਾਇਓਗੈਸ ਤੇ ਵੀ ਆਈ ਥਿੰਕ ਇੱਕ ਕੁਐਸਚਨ ਸੀ, ਓਕੇ। ਦੈਨ ਇੱਕ ਕਰੰਟ ਅਫੇਅਰਸ ਹੁੰਦਾ ਜਿਹੜਾ ਆਪਾਂ ਫੈਕਚੁਅਲ ਕਰਦੇ ਹਾਂ, 1 ਲਾਈਨਰ ਔਰ ਟਿਟਬਿਟਸ ਵਗੈਰਾ ਸਪੈਸੀਫਿਕਲੀ ਫॉर ਦੀ ਪੰਜਾਬ PCS ਵਾਲਾ, ਤਾਂ ਉਹ 6 ਮਹੀਨੇ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ। ਜੇ ਤੇ ਤੁਸੀਂ 1 ਸਾਲ ਦਾ ਕਰ ਰਹੇ ਹੋ ਤਾਂ ਤੁਹਾਡੀ એનર્ਜੀ ਵੇਸਟ ਹੋਊਗੀ। ਆ ਜਿਹੜਾ ਪੂਰਾ ਵੈਬਿਨਾਰ ਕਰਨ ਦਾ ਮਤਲਬ ਹੈ ਇਹ ਹੈ ਕਿ ਤੁਸੀਂ ਆਪਦੀ ਜਿਹੜੀ ਮਾਰਕਸ ਨੇ ਉਹਨਾਂ ਨੂੰ ਤੁਸੀਂ ਮੈਕਸਿਮਾਈਜ਼ ਕਰ ਸਕੋ, ਓਕੇ। ਕਿਉਂਕਿ ਪੂਰਾ ਸਿਲੇਬਸ ਆਈ ਡੋਂਟ ਥਿੰਕ ਕਿ ਸਾਰਾ ਸਿਲੇਬਸ ਕਿਸੇ ਕੋਲੋਂ ਹੋਣਾ, ਤਾਂ ਜੇ ਤੁਹਾਡੇ ਕੋਲ ਲਿਮਿਟਿਡ ਕੈਪੈਸਿਟੀ ਹੈਗੀ ਹੈ, ਉਹਨੇ ਲਿਮਿਟਿਡ ਇਨਪੁਟ ਦੇ ਨਾਲ ਤੁਸੀਂ ਆਪਦਾ ਆਊਟਪੁੱਟ ਮੈਕਸਿਮਾਈਜ਼ ਕਰ ਲਓ। ਤੇ ਜੇ ਤਾਂ ਤੁਸੀਂ ਮਿਹਨਤ ਜ਼ਿਆਦਾ ਕਰਨੀ ਹੈ, ਦੈਨ ਆਈ ਥਿੰਕ ਯੂ ਸ਼ੁੱਡ ਜਿਹੜੀ ਤੁਹਾਡੀ ਮਿਹਨਤ ਹੈ ਉਹ ਤੁਸੀਂ ਪੇਪਰ 2 ਦੇ ਉੱਪਰ ਲਗਾਓ, ਕਿਉਂਕਿ ਪੇਪਰ 2 ਦੀ ਜਦੋਂ ਤੁਸੀਂ ਵਧੀਆ ਉਹਦੇ ਤੇ ਮਿਹਨਤ ਕੀਤੀ ਹੋਈ ਹੈ, ਵਧੀਆ ਉਹਦੇ ਪ੍ਰੈਕਟਿਸ ਕੀਤੀ ਹੋਈ ਹੈ, ਜ਼ਿਆਦਾ ਮੌਕ ਟੈਸਟ ਦਿੱਤੇ ਹੋਏ ਆ, ਦੈਨ ਓਬਵੀਅਸਲੀ ਯੂ ਵਿਲ ਈਲਡ ਮਚ, ਤਾਂ ਤੁਹਾਡੀ ਜਿਹੜੀ ਆਊਟਪੁੱਟ ਈਲਡ ਹੈ ਉਹ ਜ਼ਿਆਦਾ ਆਏਗੀ। ਈਵਨ ਸਰ ਮੈਂ ਕੁਝ ਐਡ ਕਰਨਾ ਚਾਹੁੰਦੀ ਹਾਂ, ਜਿਵੇਂ ਕਿ ਆਪਾਂ ਬੋਲਦੇ ਹਾਂ ਕਿ ਕਰੰਟ ਅਫੇਅਰਸ ਦੀ ਜਦ ਆਪਾਂ ਗੱਲ ਕਰ ਰਹੇ ਹਾਂ, ਇਟਸ ਰੀਅਲੀ ਗੁੱਡ ਕਿ ਤੁਸੀਂ ਦਿਨ ਦੇ ਨਾ 15 ਜਾਂ 10-15 ਮਿੰਟ ਮੈਕਸਿਮਮ ਜਿਹੜਾ ਹੈ ਨਾ, ਤੁਸੀਂ ਕੋਈ ਪੰਜਾਬੀ ਟ੍ਰਿਬਿਊਨ ਜ਼ਰੂਰ ਪੜ੍ਹ ਲਓ। ਉਹਦੇ ਵਿੱਚ ਬੇਸਿਕਲੀ ਤੁਸੀਂ ਨਾ 2 ਚੀਜ਼ਾਂ ਨੂੰ ਟਾਰਗੇਟ ਕਰ ਰਹੇ ਹੋ। ਇੱਕ ਤਾਂ ਜਿੱਦਾਂ ਤੁਸੀਂ ਕਿਹਾ ਕਿ ਫੈਕਚੁਅਲ ਕਰੰਟ ਅਫੇਅਰਸ ਪੁੱਛਦੇ ਆ, ਉਹ ਕਵਰ ਅਪ ਹੋ ਜਾਣਗੇ, ਤੇ ਸੈਕੰਡਲੀ ਤੁਹਾਡੇ ਜਿਹੜਾ ਪੰਜਾਬੀ ਕੰਪਰੀਹੈਂਸ਼ਨ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਤੁਹਾਡਾ ਕਵਰ ਅਪ ਹੋ ਸਕਦਾ ਹੈ, ਤੁਹਾਡੀ ਉਹ ਇੰਪਰੂਵ ਹੋ ਸਕਦਾ ਹੈ, ਜਿਹਦੇ ਵਿੱਚ ਤੁਸੀਂ 2 ਚੀਜ਼ਾਂ ਨੂੰ ਟਾਰਗੇਟ ਕਰ ਰਹੇ ਹੋ। ਮੈਨੂੰ ਏਦਾਂ ਲੱਗਦਾ ਹੈ ਕਿ ਅਪਾਰਟ ਫਰੋਮ ਯੂਰ ਜਰਨਲ ਨਿਊਜ਼ਪੇਪਰ ਤੁਸੀਂ 10 ਮਿੰਟ ਇਸ ਚੀਜ਼ ਨੂੰ ਵੀ ਦੇ ਸਕਦੇ ਹੋ। ਯੈਸ ਮੈਮ, ਬਿਲਕੁਲ। ਸੋ ਮੂਵਿੰਗ ਫਾਰਵਰਡਸ, ਸੋ ਆ CSAT ਦਾ ਇੱਕ ਐਨਾਲਿਸਿਸ ਹੈ। ਸੋ CSAT ਦਾ ਮਤਲਬ, ਐਨਾਲਿਸਿਸ ਦਾ ਮਤਲਬ ਆ ਨਹੀਂ ਕਿ ਇਹਨਾਂ ਦੇ ਵਿੱਚੋਂ ਕੁਝ ਵੀ ਤੁਸੀਂ ਛੱਡ ਸਕਦੇ ਹੋ, ਕਿਉਂਕਿ ਇਹ ਸਾਰੇ ਬੜੇ ਡੂਏਬਲ ਚ ਕੁਐਸਚਨਸ ਆਉਂਦੇ ਆ CSAT ਦੇ ਵਿੱਚ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ। ਫੋਰ ਐਗਜ਼ਾਮਪਲ ਬੜੇ ਐਵੇਂ ਦੇ ਐਗਜ਼ਾਮੀਨੇਸ਼ਨਸ ਨੇ ਕਿ ਜਿਨ੍ਹਾਂ ਦੇ ਕੁਐਸਚਨ ਹੀ ਡੂਏਬਲ ਨਹੀਂ ਹੁੰਦੇ, GMAT ਐਕਸੈਟਰਾ, ਪਰ ਉਸ ਲੈਵਲ ਤੇ ਆਪਣਾ PCS ਨਹੀਂ ਜਾਂਦਾ। ਸਾਰੇ ਕੁਐਸਚਨ ਬਹੁਤ ਡੂਏਬਲ ਹੁੰਦੇ ਆ, ਜਿੱਤੇ ਵਧੀਆ ਤੁਸੀਂ ਪ੍ਰੈਕਟਿਸ ਕੀਤੀ ਹੈ, ਦੈਨ ਯੂ ਕੈਨ ਈਜ਼ੀਲੀ
fetch good marks in the paper too. ਬਿਲਕੁਲ ਸੋ ਇੰਗਲਿਸ਼ ਦਾ ਜਿਹੜਾ ਸਕੋਪ ਹੈ ਉਹ ਹੌਲੀ ਹੌਲੀ ਵੱਧ ਰਿਹਾ। ਸੋ ਪਹਿਲਾਂ 2000 ਸੋ ਇੰਗਲਿਸ਼ ਹੌਲੀ ਹੌਲੀ ਘਟ ਰਿਹਾ। ਪਹਿਲਾਂ 25 ਕੁਐਸਚਨ ਆਏ ਸੀਗੇ 2013 ਦੇ ਵਿੱਚ, then it came to 24, then 22, and then ਦੀ ਪੰਜਾਬੀ ਹੈ ਸਿਮਿਲਰਲੀ ਪੰਜਾਬੀ ਦੇ ਵੀ ਕੰਪਰੀਹੈਂਸ਼ਨਸ ਦੇ ਜਿਹੜੇ ਕੁਐਸਚਨਸ ਨੇ ਉਹ ਘਟ ਰਹੇ ਨੇ, ਬਟ ਜਿਹੜਾ ਰੀਜ਼ਨਿੰਗ ਦਾ ਪਾਰਟ ਹੈ ਉਹ ਹਲਕਾ ਹਲਕਾ ਵੱਧ ਰਿਹਾ। ਠੀਕ ਹੈ, ਤਾਂ ਪਹਿਲਾਂ 13 ਕੁਐਸਚਨ ਸੀਗੇ 25 ਆ ਗਏ, ਫਿਰ 2018 ਦੇ ਵਿੱਚ ਫਿਰ 25 ਆਏ ਨੇ। ਤੇ ਜਿਹੜਾ ਕੁਆਂਟੀਟੇਟਿਵ ਐਪਟੀਟਿਊਡ ਹੈ ਜਿਹਨੂੰ ਆਪਾਂ ਕੁਆਂਟ ਕਹਿੰਦੇ ਆ ਜਾਂ ਫਿਰ ਮੈਥਮੈਟਿਕਸ ਦਾ ਪਾਰਟ ਕਹਿੰਦੇ ਆ, ਉਹ ਪਹਿਲਾਂ 15 ਕੁਐਸਚਨ ਆਏ ਸੀ 2013 ਦੇ ਵਿੱਚ, ਫਿਰ ਉਸ ਤੋਂ ਬਾਅਦ 2015 ਦੇ ਵਿੱਚ 8 ਕੁਐਸਚਨ ਆਏ ਨੇ, 2018 ਦੇ ਵਿੱਚ ਇਹਦੇ ਵਿੱਚ 6 ਕੁਐਸਚਨਸ ਆਏ ਨੇ। ਤੇ ਜਿਹੜਾ ਡਾਟਾ ਇੰਟਰਪ੍ਰੀਟੇਸ਼ਨ ਹੈ, ਡਾਟਾ ਇੰਟਰਪ੍ਰੀਟੇਸ਼ਨ ਦਾ ਅਗੇਨ ਜਿਹੜੇ ਕੁਐਸਚਨਸ ਨੇ ਜਦੋਂ ਤੁਸੀਂ ਪ੍ਰੈਕਟਿਸ ਕੀਤੀ ਹੋਈ ਹੈ ਯੂ ਕੈਨ ਸੋਲਵ ਇਨ ਦਾ ਲਿਮਿਟਡ ਟਾਈਮ, ਬਹੁਤ ਈਜ਼ੀਲੀ ਸੋਲਵੇਬਲ ਕੁਐਸਚਨਸ ਹੁੰਦੇ ਨੇ। ਤਾਂ ਪਹਿਲਾਂ 4 ਕੁਐਸਚਨ ਆਇਆ 2013 ਤੇ 2015 ਦੇ ਵਿੱਚ, ਤੇ ਇਹਦਾ ਪਾਰਟ ਜਿਹੜਾ ਉਹ ਹਲਕਾ ਜਿਹਾ ਵਧਿਆ ਹੈਗਾ, ਉਹ 12 ਕੁਐਸਚਨ ਆਏ ਆ 2018 ਦੇ ਵਿੱਚ। ਸੋ ਮੂਵਿੰਗ ਫਾਰਵਰਡ, ਅਗੇਨ ਤੁਹਾਡੀ ਬੁੱਕ ਲਿਸਟ ਆ ਥੋੜੇ ਜਿਹੇ ਸਬਜੈਕਟਸ ਹੀ ਰਹਿ ਗਈ ਸੀ। So geography. There's one question from Narinder Singh in question answer box कि पंजाबी language ਦੇ ਬਾਰੇ ਦੱਸੋ ਥੋੜਾ ਜਿਹਾ ਕਿ is there any book for grammar and other Punjabi related things? ਕੋਈ book ਹੈਗੀ ਹੈ ਜਿਹਨੂੰ ਬੱਚੇ ਰੈਫਰ ਕਰ ਸਕਦੇ ਨੇ? ਹਾਂਜੀ, ਨਰਿੰਦਰ ਸਿੰਘ ਦੁੱਗਲ ਦੀ ਹੈ ਪੰਜਾਬੀ ਵਿਆਕਰਨ ਅਤੇ ਲਿਖਤ ਰਚਨਾ, ਨੀਚੇ ਮੈਂ ਲਿਖੀ ਹੋਈ ਹੈ ਪੰਜਾਬੀ ਵਿਆਕਰਨ ਅਤੇ ਲਿਖਤ ਰਚਨਾ ਨਰਿੰਦਰ ਸਿੰਘ ਦੁੱਗਲ। ਠੀਕ ਹੈ, ਤਾਂ ਆਹ ਕਿਤਾਬ ਤੁਸੀਂ ਪੜ੍ਹ ਸਕਦੇ ਹੋ, ਇਹਦੇ ਵਿੱਚ ਮੁਹਾਵਰੇ ਵਗੈਰਾ ਅਖਾਣ ਵਗੈਰਾ ਸਾਰਾ ਤੁਹਾਡਾ ਕਲੀਅਰ ਹੋ ਜਾਏਗਾ। ਇਨਫੈਕਟ ਸਰ ਇਹ ਬੁੱਕ ਬਹੁਤ ਇੱਕ ਹੋਰ ਮੈਂ ਕਹੂੰਗਾ even for mains also ਕਿ it is really good book, mains ਲਈ ਵੀ ਕਾਫੀ ਲੋਕ ਇਹਨੂੰ ਰੈਫਰ ਕਰਦੇ ਆ। ਹਾਂਜੀ ਮੈਮ ਇੱਕ CBSE ਦੀ ਵੀ ਬੁੱਕ ਹੈਗੀ ਹੈ, ਉਹਦੇ ਚ ਗ੍ਰਾਮਰ ਜ਼ਿਆਦਾ ਅੱਛੀ ਦਿੱਤੀ ਹੈ, ਬਿਕੋਜ਼ ਨਰਿੰਦਰ ਸਿੰਘ ਦੁੱਗਲ ਮੈਂ ਨੋਟਿਸ ਕੀਤਾ ਉਹਦੇ ਚ ਮਿਸਟੇਕਸ ਹੈ ਥੋੜੀਆਂ। ਓਕੇ, ਇਵਨ ਦੋ ਅੱਛੀ ਬੁੱਕ ਹੈ ਬਟ ਸਟਿਲ। ਸਰ ਤੁਸੀਂ ਰੈਫਰ ਕਰ ਦਿਓ ਆਪਣਾ ਹਰਨੂਰ ਸਰ, ਤੁਸੀਂ ਜੇ ਪਾ ਸਕਦੇ ਹੋ ਤੇ ਪੈਨਲ ਦੇ ਵਿੱਚ ਪਾ ਦਿਓ ਤੇ ਇੱਕ ਵਾਰ ਬੁੱਕ ਦਾ ਨਾਮ ਰਿਪੀਟ ਕਰ ਦਿਓ, ਵੁੱਡ ਬੀ ਬੈਟਰ ਸਰ। ਠੀਕ ਹੈ ਸਰ। ਐਕਚੁਅਲੀ ਮੇਰੇ ਕੋਲ ਵੀ ਉਹਦੇ ਆਪਣੇ ਦੂਜੇ ਨੋਟ ਸੀਗੇ ਬਟ ਮੈਂ ਲਿਖ ਦਿੰਦਾ। ਸਰ ਤਰੁਣ ਹੈਗੇ ਉਹ ਕਹਿ ਰਹੇ ਕਿ 5 ਤੋਂ 6 ਸਵਾਲ ਆਉਂਦੇ ਨੇ ਜੀ ਪੋਲੀਟੀਕਲ ਥਿਊਰੀ ਦੇ ਉੱਤੇ, ਪ੍ਰੀਲਿਮਸ ਦੇ ਉੱਤੇ ਜੀ। ਹਾਂਜੀ, ਪੋਲੀਟੀਕਲ ਥਿਊਰੀ ਦਾ ਜ਼ਿਆਦਾ ਜਿਹੜਾ ਪਾਰਟ ਹੈ ਉਹ NCERTs ਹੀ ਕਵਰ ਕਰ ਜਾਂਦੀਆਂ ਨੇ। NCERTs ਪਲੱਸ ਜਿਵੇਂ ਸਰ ਨੇ ਸਕੂਲ ਆਫ ਲਾਈਫ ਚੈਨਲ ਦੱਸਿਆ, ਸਕੂਲ ਆਫ ਲਾਈਫ ਵੀ ਬਹੁਤ ਵਧੀਆ ਚੈਨਲ ਹੈ। ਠੀਕ ਹੈ, ਤਾਂ ਇਹਦੇ ਵਿੱਚ ਜਿਹੜੇ ਪੋਲੀਟੀਕਲ ਥਿੰਕਰਸ ਨੇ ਤੁਹਾਡੇ ਕਾਫੀ ਹੱਦ ਤੱਕ ਕਵਰ ਹੋ ਜਾਣਗੇ ਸਕੂਲ ਆਫ ਲਾਈਫ ਦੇ ਵਿੱਚੋਂ ਤੇ ਤੁਹਾਡੀ NCERTs ਦੇ ਵਿੱਚੋਂ। ਤਰੁਣ ਮੈਨੂੰ ਲੱਗਦਾ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਤੁਹਾਨੂੰ। ਕੁਐਸਚਨ ਆ ਰਿਹਾ ਤੇ ਜੇ ਉਸ ਤੋਂ ਬਾਅਦ ਕੋਈ ਕੁਐਸਚਨ ਆ ਰਿਹਾ ਹੈ, ਹਾਂਜੀ ਮੈਂ ਬੋਲੋ। ਨਹੀਂ ਠੀਕ ਹੈ ਸਰ, ਪਲੀਜ਼ ਕੰਟੀਨਿਊ ਪਲੀਜ਼ ਸਰ। ਓਕੇ, ਸੋ ਜੇ ਤੇ ਉਸ ਤੋਂ ਬਾਅਦ ਕੋਈ ਤੁਹਾਡਾ ਕੁਐਸਚਨ ਆ ਰਿਹਾ ਤਾਂ ਤੁਹਾਨੂੰ ਵੀ ਨਹੀਂ ਆਉਂਦਾ ਹੋਣਾ, ਤੁਹਾਡੇ ਗੁਆਂਢੀ ਨੂੰ ਵੀ ਨਹੀਂ ਆਉਂਦਾ ਹੋਣਾ। ਠੀਕ ਹੈ, ਇਟ ਡਜ਼ਨਟ ਮੈਟਰ। ਤਾਂ ਕੁਐਸਚਨ ਨੂੰ ਛੱਡ ਦੇਣਾ ਜਾਂ ਫਿਰ PCS ਤੱਕ ਕਿਉਂ ਛੱਡਣਾ, ਤੁੱਕਾ ਲਗਾ ਦੇਣਾ ਮੇਰੇ ਖਿਆਲ ਚ ਉਹਦੇ ਚ ਬੈਟਰ ਹੈ। ਹਾਂਜੀ, ਕਿਉਂਕਿ PCS ਡਸਨਟ ਹੈਵ ਨੈਗੇਟਿਵ ਮਾਰਕਿੰਗ ਨਹੀਂ ਹੈ। ਵੱਡਾ ਇੱਕ ਤਾਂ ਉਹਦੇ ਵਾਸਤੇ ਤੁਸੀਂ ਇੱਕ ਪੂਰੀ ਕਿਤਾਬ ਲੈ ਕੇ ਆਉਣੇ ਹੋ ਪੋਲੀਟੀਕਲ ਥਿਊਰੀ ਦੀ, ਜਿਹੜੇ ਆਪਸ਼ਨਲ ਵਾਲੇ ਬੱਚੇ ਪੜ੍ਹ ਰਹੇ ਨੇ। ਆਈ ਵਾਂਟ ਸੁਜੈਸਟ ਦੈਟ ਕਿ ਉਹ ਵਾਲੀ ਚੀਜ਼ਾਂ ਤੁਸੀਂ ਕਰੋ। ਓਕੇ, ਮੈਨੂੰ ਲੱਗਦਾ ਸਰ ਇਹ 6 ਨੰਬਰ 6 ਕੁਐਸਚਨ ਨੂੰ ਬੱਚੇ ਟਾਰਗੇਟ ਕਰਦੇ ਨਾ, ਜਿਨ੍ਹਾਂ ਤੇ ਬਾਕੀ ਕਨਵੈਨਸ਼ਨਲ ਏਰੀਆ ਖਰਾਬ ਕਰ ਲੈਣਗੇ। ਆਈ ਵੁੱਡ ਸੁਜੈਸਟ ਕਿ ਆਊਟਪੁੱਟ ਰੇਸ਼ੀਓ ਦੇਖੋ ਤੇ ਇਸ ਚੀਜ਼ ਨੂੰ ਥੋੜਾ ਅਵੋਇਡ ਕਰ ਸਕਦੇ ਹੋ ਤਾਂ ਯੂ ਸ਼ੁਡ, ਬਿਕੋਜ਼ ਇੱਥੇ ਤੁਹਾਡਾ ਇੰਨਾ ਸਕੋਪ ਨਹੀਂ ਹੈ। ਸ਼ਾਇਦ ਫਿਰ ਵੀ ਤੁਸੀਂ 3 ਕੁਐਸਚਨ ਹੀ ਸੋਲਵ ਕਰ ਪਾਓ, ਬਟ CSAT ਦੇ ਉੱਤੇ ਜੇ ਤੁਸੀਂ ਪ੍ਰੈਕਟਿਸ ਕਰੋਗੇ then you can fetch better marks। ਆਪਣਾ ਆਕਾਸ਼ ਸਰ, ਕੈਨ ਯੂ ਪਲੀਜ਼ ਜੇ ਤੁਹਾਡੀ ਸਲਾਈਡਾਂ ਖਤਮ ਕਰ ਦੋ ਸਰ ਤਾਂ ਬੈਟਰ ਹੈ। ਸਲਾਈਡਸ ਖਤਮ ਕਰ ਦੋ ਸਰ ਕੁਇਕਲੀ ਇੱਕ ਵਾਰ ਪਲੀਜ਼। ਰਾਈਟ, ਮੈਂ ਇੱਕ ਚੀਜ਼ ਐਡ ਕਰ ਦਿੰਦੀ ਹਾਂ ਕਿ ਆਪਾਂ ਇਹ ਸਾਰੀ ਬੁੱਕ ਲਿਸਟ ਆਪਣੀ ਵੈਬਸਾਈਟ ਤੇ ਟੈਲੀਗ੍ਰਾਮ ਤੇ ਪਾਵਾਂਗੇ, ਤੇ ਕਿਸੇ ਵੀ ਬੱਚੇ ਨੂੰ ਜੇ ਚਾਹੀਦਾ ਹੈ ਕਿ ਉਹ ਲਿਸਟ ਮੰਗਣਾ ਹੈ ਤਾਂ ਉਹ ਸਾਡੇ ਕੋਲ he or she can subscribe a telegram channel for the same. Thank you, please continue sir। ਸੋ ਇਨਵਾਇਰਨਮੈਂਟ ਦੇ ਵਿੱਚ ਸਿਲੈਕਟਿਵ ਰੀਡਿੰਗ ਕਰ ਸਕਦੇ ਹੋ। ਸ਼ੰਕਰ ਜੀ ਜਿਹੜੇ ਸਟਾਰਟਿੰਗ ਵਾਲੇ ਚੈਪਟਰਸ ਨੇ, ਸਟਾਰਟਿੰਗ ਵਿੱਚ ਬਹੁਤ ਵਧੀਆ ਦਿੱਤਾ ਹੋਇਆ ਜਿਹੜਾ ਬੇਸਿਕ ਹੈ ਇਨਵਾਇਰਨਮੈਂਟ।
ਐਂਡ ਦੈਨ ਜੀ ਪੰਜਾਬ ਦਾ ਜਿਹੜਾ ਪੋਰਸ਼ਨ ਹੈ, ਕੋਈ ਵੀ ਪੰਜਾਬ ਦੀ ਜਿਹੜੀ ਜੀਕੇ ਬੁੱਕ ਹੈ ਜਿਵੇਂ ਰੰਗਲਾ ਪੰਜਾਬ ਹੈ, ਉਹਨੂੰ ਤੁਸੀਂ ਰੈਫਰ ਕਰ ਸਕਦੇ ਹੋ, ਠੀਕ ਹੈ। ਵੈਟਲੈਂਡਸ, ਰਿਵਰਸ, ਜਿਹੜੇ ਤੁਹਾਡੇ ਡੈਮਸ ਨੇ, ਐਕਸੈਟਰਾ ਐਕਸੈਟਰਾ, ਇਹ ਸਾਰਾ ਕਵਰ ਹੋ ਜਾਏਗਾ ਉਹਦੇ ਵਿੱਚ। ਦੈਨ ਫॉर ਦੀ ਐਪਟੀਟਿਊਡ ਪਾਰਟ, ਪੇਪਰ 2 ਪਾਰਟ, ਸੋ ਕੁਆਂਟ ਵਾਸਤੇ ਤੁਸੀਂ RS ਅਗਰਵਾਲ ਨੂੰ ਰੈਫਰ ਕਰ ਸਕਦੇ ਹੋ, ਬਟ ਓਨਲੀ ਫॉर ਦੀ ਸਕਿਵ ਟੌਪਿਕਸ, ਠੀਕ ਹੈ। ਸਾਰੀ ਕਿਤਾਬ ਮੋਟੀ ਬਹੁਤ ਹੈ, ਉਹ ਕਰਨ ਦੀ ਲੋੜ ਨਹੀਂ। ਸਪੀਡ, ਏਜ, ਪਰਸੈਂਟੇਜ, ਮਤਲਬ ਜਿਹੜੇ ਟੌਪਿਕਸ ਪੁਰਾਣੇ ਜਿਹੜੇ ਤੁਹਾਡੇ ਪੇਪਰਸ ਦੇ ਵਿੱਚ ਪਰਮੂਟੇਸ਼ਨ, ਕੰਬੀਨੇਸ਼ਨ, ਵਰਕ ਐਂਡ ਟਾਈਮ, ਇਹ ਸਾਰੇ ਆਏ ਹੋਏ ਨੇ, ਇਹਨਾਂ ਨੂੰ ਪ੍ਰੋਪਰਲੀ RS ਅਗਰਵਾਲ ਤੋਂ ਕਰ ਲਓ। ਦੈਨ ਡਾਟਾ ਇੰਟਰਪ੍ਰੀਟੇਸ਼ਨ, ਸਰ ਗੁਨੀਤ ਵਿਰਦੀ ਹੈਗੇ ਜੀ, ਗੁਨੀਤ ਵਿਰਦੀ ਹੈਗੇ ਆ, ਗੁਨੀਤ ਵਿਰਦੀ ਹੈਗੇ ਆ, ਉਹ ਪੁੱਛ ਰਹੇ ਹੈਗੇ what are the main topics that come under the reasoning ਦੇ ਵਿੱਚ ਸਰ ਮੇਨ ਟੌਪਿਕ ਕਿਹੜੇ ਆਉਂਦੇ ਹੈਗੇ, ਤੁਸੀਂ ਦੱਸ ਸਕਦੇ ਹੋ ਕਿ ਹਜੇ ਨਹੀਂ ਪੋਸੀਬਲ ਹੋਏਗਾ? ਰੀਜ਼ਨਿੰਗ ਦੇ ਵਿੱਚ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਹੁਣ ਜਾਣਾ ਚਾਹੀਦਾ ਹੈ ਇਸ ਟਾਈਮ ਦੇ ਉੱਪਰ, ਕਿਉਂਕਿ ਰੀਜ਼ਨਿੰਗ ਦੇ ਵਿੱਚ ਫਿਰ, ਕਿਉਂਕਿ ਰੀਜ਼ਨਿੰਗ ਦੇਖੋ ਪੋਸਿਬਿਲਿਟੀ ਆਫ ਦੇ ਵਿੱਚ ਆਪਾਂ ਕਈ ਗੱਲਾਂ ਇਹ ਕਰਦੇ ਹਾਂ, ਨਾ ਉਹ ਗਲਤ ਹੁੰਦੀਆਂ ਨਾ ਉਹ ਸਹੀ ਹੁੰਦੀਆਂ, ਵਿਚ ਮਿਸਗਾਈਡ ਦੇ ਐਸਪੀਰੈਂਟਸ। ਤਾਂ ਮੈਨੂੰ ਨਹੀਂ ਲੱਗਦਾ ਕਿ ਹੁਣ ਆਪਾਂ ਨੂੰ ਰੀਜ਼ਨਿੰਗ ਵਾਲੀ ਸਾਈਡ ਦੇ ਵਿੱਚੋਂ 25 ਕੁਐਸਚਨ ਆ ਰਿਹਾ, ਕਾਫੀ ਚੰਕ ਆ ਰਿਹਾ ਰੀਜ਼ਨਿੰਗ ਦਾ, ਤੇ ਮੈਨੂੰ ਲੱਗਦਾ ਆਉਣ ਵਾਲੇ ਐਗਜ਼ਾਮ ਦੇ ਵਿੱਚ ਰੀਜ਼ਨਿੰਗ ਹੋਰ ਵਧੇਗਾ। ਕਰੈਕਟ ਸਰ, ਕਰੈਕਟ ਸਰ। ਓਕੇ, ਸੋ ਆਈ ਡੋਂਟ ਥਿੰਕ ਕਿ ਰੀਜ਼ਨਿੰਗ ਵਾਲੀ ਸਾਈਡ ਤੇ ਆਪਾਂ ਨੂੰ ਜਾਣਾ ਚਾਹੀਦਾ, ਬਟ ਰੀਜ਼ਨਿੰਗ ਦੀ ਜਿਹੜੀ ਪ੍ਰੈਕਟਿਸ ਹੈ ਉਹ ਕੋਈ ਵੀ ਟੈਸਟ ਸੀਰੀਜ਼ ਲੈ ਲਓ, ਟੈਸਟ ਸੀਰੀਜ਼ ਦੇ ਨਾਲ ਪ੍ਰੈਕਟਿਸ ਕਰੋ ਰੀਜ਼ਨਿੰਗ ਦੀ। ਓਕੇ, ਸੋ ਦੈਟਸ ਇਟ ਸਰ, ਥੈਂਕ ਯੂ ਸਰ। ਹਾਂਜੀ ਸਰ, ਅੱਗੇ ਸਰ, ਡਨ ਵਿਦ ਸਲਾਈਡਸ ਸਰ ਬਸ ਠੀਕ ਹੈ ਜੀ, ਠੀਕ ਹੈ ਜੀ। ਯੈਸ ਸਰ, ਡਨ ਵਿਦ ਸਲਾਈਡਸ। ਦੇਖੋ ਯਾਰ, ਆਪਣਾ ਜੇ ਆਪਾਂ ਪੇਪਰ ਦੀ ਗੱਲ ਕਰਦੇ ਹਾਂ, ਠੀਕ ਹੈ, ਤੇ ਪੈਮਲ ਮੈਡਮ ਤੁਹਾਡਾ ਯੂ ਹੈਵ ਰੇਜ਼ਡ ਯੋਰ ਹੈਂਡ, ਯੂ ਹੈਵ ਐਨੀ ਕੁਐਸਚਨ? Sir, she's saying ki kindly make her the panelist. I think she has been removed from panelist. ਮੈਮ ਤੁਸੀਂ ਤਾਂ ਪਹਿਲਾਂ ਹੀ ਪੈਨਲਿਸਟ ਸੀਗੇ ਜੀ, ਸੋ ਆਈ ਹੈਵ ਪ੍ਰੋਮੋਟਡ ਹਰ ਟੂ ਬੀ ਅ ਪੈਨਲਿਸਟ। ਓਕੇ ਗਾਇਜ਼, ਆਪਾਂ ਜੇ ਪੇਪਰ ਦੀ ਗੱਲ ਕਰਦੇ ਹਾਂ ਯਾਰ, ਠੀਕ ਹੈ, ਦੇਖੋ ਮੇਰੀ ਗੱਲ ਸੁਣੋ ਯਾਰ, 2 ਪੇਪਰ ਹੈਗੇ ਇਹਦੇ ਵਿੱਚ ਪ੍ਰੀਲਿਮਸ ਦੇ ਵਿੱਚ, GS ਤੇ CSAT। 200 ਨੰਬਰ ਦਾ ਤੁਹਾਡਾ GS ਹੈ, 200 ਨੰਬਰ ਦਾ ਤੁਹਾਡਾ CSAT ਹੈਗਾ, ਮੋਟੀ ਗੱਲ ਸੁਣ ਲਓ ਯਾਰ, ਠੀਕ ਹੈ। ਤੇ ਕੱਟ ਆਫ ਜਿਹੜੀ ਦੀ ਜਾਂਦੀ ਹੈਗੀ ਆ ਫॉर ਜਨਰਲ ਕੈਟੇਗਰੀ ਦੀ ਗੱਲ ਕਰਦੇ ਹਾਂ ਆਪਾਂ ਇੱਕ ਓਵਰਆਲ, ਕਿ ਹਾਂ 70-75% ਦੇ ਲੱਗੇ ਚਾਗੇ ਇਹਦੀ ਕੱਟ ਆਫ ਜਾ ਰਹੀ ਹੈ। ਦੈਟ ਮੀਨਸ ਕਿ ਪੇਪਰ ਬਹੁਤ ਇੱਕ ਲੀਨੀਅਰ ਜਿਹਾ ਪੇਪਰ ਆਂਦਾ, ਸੌਖਾ ਤਾਂ ਨਹੀਂ ਕਹੂੰਗਾ ਯਾਰ, ਕਿਉਂਕਿ ਬੱਚੇ ਆਪਣੇ ਤਿਆਰੀ ਬਥੇਰੀ ਕਰਦੇ ਆ ਪੰਜਾਬ ਵਾਲੇ, ਪੇਪਰ ਬੜਾ ਲੀਨੀਅਰ ਜਾਂਦਾ ਹੈਗਾ ਤੇ ਕੱਟ ਆਫ ਬੜੀ ਉੱਚੀ ਜਾਂਦੀ ਹੈ ਇਹਦੀ, ਠੀਕ ਹੈ। ਕੱਟ ਆਫ ਇਹਦੀ ਵਧੀਆ ਕੱਟ ਆਫ ਜਾਂਦੀ ਹੈਗੀ ਹੈ ਜੀ। ਸੋ ਵਾਟ ਟੂ ਡੂ ਨਾਓ? ਦੇਖੋ ਯਾਰ, 200 ਨੰਬਰ ਦਾ GS, 200 ਨੰਬਰ ਦੀ CSAT, ਕੱਟ ਆਫ 75% ਮੀਨਸ 300 ਮਾਰਕਸ ਦੇ ਲਾਗੇ ਚਾਗੇ, 310, 300, 290 ਦੇ ਵਿੱਚ, ਟੂ ਬੀ ਵੈਰੀ ਸੇਫ ਯਾਰ, ਡਿਪੈਂਡਿੰਗ ਔਨ ਕਿਸ ਦਾ ਪੇਪਰ ਆਇਆ, ਯੂ ਹੈਵ ਟੂ ਲੈਂਡ, ਠੀਕ ਹੈ। 80 ਕੁਐਸਚਨ CSAT ਦੇ ਹੈਗੇ ਆ, 100 ਕੁਐਸਚਨ ਤੁਹਾਡਾ GS ਦਾ ਹੈਗਾ ਯਾਰ, ਧਿਆਨ ਨਾਲ ਸੁਣਿਓ ਮੇਰੀ ਗੱਲ, ਠੀਕ ਹੈ। 80 ਕੁਐਸਚਨ ਤੁਹਾਡਾ CSAT ਦਾ ਹੈ। ਜਨਤਾ ਜਿਹੜੀ ਆਪਣੀ ਪੰਜਾਬ ਵਾਲੇ ਬੱਚੇ ਹੈਗੇ ਆ ਯਾਰ, ਠੀਕ ਹੈ, ਜਿਹੜੇ ਇਸ ਐਗਜ਼ਾਮ ਵਾਸਤੇ ਹੁਣ 40,000 ਬੱਚਾ ਆਏਗਾ ਵੀ, ਬਹੁਤ ਬੱਚੇ ਇਦਾਂ ਦੇ ਹੁੰਦੇ ਹੈਗੇ ਹੂ ਆਰ ਆਲਰੇਡੀ ਪ੍ਰੀਪੇਅਰਿੰਗ ਫॉर योर ਬੈਂਕਿੰਗ ਸਰਵਿਸਿਜ਼, ਠੀਕ ਹੈ, SSC ਦੀ ਤਿਆਰੀ ਕਰ ਰਹੇ ਹੈਗੇ, ਤੇ ਉਹਨਾਂ ਦਾ ਕੁਆਂਟ ਰੀਜ਼ਨਿੰਗ ਬੜਾ ਸਟਰੋਂਗ ਹੁੰਦਾ ਹੈਗਾ ਯਾਰ, ਠੀਕ ਹੈ। ਤੇ ਤੁਸੀਂ ਇਹ ਗੱਲ ਲਾ ਕੇ ਚੱਲੋ ਯਾਰ, ਇਫ ਯੂਰ ਕੁਆਂਟ ਐਂਡ ਰੀਜ਼ਨਿੰਗ ਜਿਹੜਾ ਆਪਣਾ CSAT ਵਾਲਾ ਪੋਰਸ਼ਨ ਹੈਗਾ, ਠੀਕ ਹੈ, ਇਹ ਤਾਂ ਪਹਿਲੀ ਗੱਲ ਸਟਰੋਂਗ ਚਾਹੀਦਾ ਹੈਗਾ, ਠੀਕ ਹੈ, ਇਟ ਹੈਜ਼ ਟੂ ਬੀ ਵੈਰੀ ਸਟਰੋਂਗ ਯਾਰ, ਇਹਦੇ ਤੁਸੀਂ ਕੋਈ ਸਕੋਪ ਛੱਡ ਨਹੀਂ ਸਕਦੇ ਯਾਰ, ਠੀਕ ਹੈ। ਪੰਜਾਬੀ ਦੇਖੋ ਯਾਰ, ਇਹ 40 ਕੁਐਸਚਨ ਪੰਜਾਬੀ, 40 ਕੁਐਸਚਨ ਤੁਹਾਡੇ ਹੈਗੇ ਆ ਰੀਜ਼ਨਿੰਗ ਵਾਲੇ, 40 ਤੁਹਾਡੇ ਹੈਗੇ ਕੁਆਂਟ ਰੀਜ਼ਨਿੰਗ ਵਾਲੇ, 40 ਕੁਐਸਚਨ ਤੁਹਾਡੇ ਹੈਗੇ ਕੰਪਰੀਹੈਂਸ਼ਨ ਚੋਂ, 40 ਕੁਐਸਚਨ ਮਤਲਬ ਤੁਹਾਡੇ ਇੰਗਲਿਸ਼ ਕੰਪਰੀਹੈਂਸ਼ਨ ਐਂਡ ਯੋਰ ਪੰਜਾਬੀ ਕੰਪਰੀਹੈਂਸ਼ਨ। ਡੂ ਇਟ ਵੈਰੀ ਮਤਲਬ ਕਿ ਥੋਰੋਲੀ ਕਰੋ ਉਹਨੂੰ ਯਾਰ, ਠੀਕ ਹੈ। ਉਹਨੂੰ ਪ੍ਰੈਕਟਿਸ, ਜਿੰਨੀ ਪ੍ਰੈਕਟਿਸ ਕਰ ਲੋਗੇ ਉਨਾ ਵਧੀਆ ਹੈ ਤੁਹਾਡੇ ਵਾਸਤੇ। ਸੇਮ ਇਜ਼ ਦਾ ਸਟੋਰੀ ਵਿਦ CSAT ਆਲਸੋ, 40 ਕੁਐਸਚਨ ਉੱਥੇ ਆਣੇ ਹੈਗੇ ਆ, ਘੱਟੋ ਘੱਟ ਇਹ ਟਾਰਗੇਟ ਲਗਾ ਕੇ ਚੱਲੋ ਕਿ 65 ਦੇ 70 ਦੇ ਵਿੱਚ ਉੱਥੇ ਬੜੇ ਸੌਖੇ ਤਰੀਕੇ ਨਾਲ ਤੁਸੀਂ ਲੈਂਡ ਕਰੋ। ਮਿਨੀਮਮ ਕਹਿ ਰਿਹਾ, ਮਿਨੀਮਮ ਤੋਂ ਮਿਨੀਮਮ। ਇਟ ਇਜ਼ ਵੈਰੀ ਇੰਪੋਰਟੈਂਟ ਯਾਰ ਕਿ ਤੁਸੀਂ CSAT ਵਾਲਾ ਪੋਰਸ਼ਨ ਨਾ ਛੱਡੋ ਯਾਰ, ਬਿਕੋਜ਼ ਦੈਟ ਇਜ਼ ਵੈਰੀ ਈਜ਼ੀ ਐਂਡ ਵੈਰੀ ਈਜ਼ੀ ਟੂ ਫੈਚ ਮਾਰਕਸ ਆਲਸੋ। ਉਹ ਇੱਕ ਡਿਫਾਈਨਡ ਏਰੀਆ ਦੇ ਵਿੱਚ ਹੈਗਾ। ਬਾਕੀ ਜਿਵੇਂ ਆਪਣਾ IAS ਹੋ ਗਿਆ ਹੈ ਨਾ, ਜਾਂ ਬਾਕੀ ਸਟੇਟ ਸਰਵਿਸਿਜ਼ ਹੋ ਗਿਆ, ਉਹਨਾਂ ਦੇ ਵਿੱਚ ਪ੍ਰੋਬਲਮ ਕੀ ਹੈਗੀ ਹੈ, ਉੱਥੇ CSAT ਇਜ਼ ਓਨਲੀ ਕੁਆਲੀਫਾਈਂਗ, ਠੀਕ ਹੈ। that is the basic difference between theory for your IAS and theory for your this thing that is your PCS। ਪੈਮਲ ਮੈਡਮ ਆਲਰੇਡੀ ਪੈਨਲਿਸਟ ਹੈਗੇ ਸੀਗੇ ਜੀ। ਪੈਮਲ ਮੈਡਮ ਤੁਸੀਂ ਛੱਡ ਰਹੇ ਹੋ, ਬਾਰ-ਬਾਰ ਜੁਆਇਨ ਕਰ ਰਹੇ ਹੋ, ਸਾਡੇ ਵਾਸਤੇ ਪ੍ਰੋਬਲਮ ਹੋ ਜਾਂਦੀ ਹੈਗੀ ਜੀ ਤੁਹਾਨੂੰ।
ਬਣਾਉਣਾ। ਚਲੋ ਜੀ ਬਣਾਤਾ ਤੁਹਾਨੂੰ ਪੈਨਲਿਸਟ, ਠੀਕ ਹੈ ਜੀ। ਤੁਹਾਡੀ ਸੀਸੈਟ ਦੀ ਹੋਗੀ ਜੀ, ਸੀਸੈਟ 70 ਕੁਐਸਚਨਸ 60 ਕੁਐਸਚਨ 65 ਟੂ ਬੀ ਵੈਰੀ ਸੇਫ ਯਾਰ, ਤਾਂ ਕਿ ਤੁਸੀਂ ਜਿਹੜਾ ਆਪਣਾ ਉਧਰ ਪੇਪਰ ਦੀ ਗੱਲ ਆਉਂਦੀ ਹੈ 150 ਦੇ ਲਾਗੇ ਚਾਗੇ ਉਹਦੇ ਚ ਲੈਂਡ ਕਰੋ। then you are left with getting 100 marks in your GS, that means ਕਿ GS ਦੇ ਵਿੱਚ ਤੁਸੀਂ 50 ਕੁਐਸਚਨ ਸਹੀ ਕਰਨੇ ਹੈਗੇ। I think to manage 50 questions, ਠੀਕ ਹੈ 50 ਨਹੀਂ ਆਪਾਂ ਨੂੰ ਲੈਣੇ ਪੈਣੇ ਆ ਉੱਥੇ ਘੱਟੋ ਘੱਟ ਜੀ 75 ਕੁਐਸਚਨਸ ਯਾਰ, ਠੀਕ ਹੈ, ਕਿਉਂਕਿ ਆਪਾਂ 150 ਉੱਥੇ ਵੀ ਲੈਣੇ ਪੈਣੇ ਆ to get into 300। ਨੈਗੇਟਿਵ ਮਾਰਕਿੰਗ ਨਾ ਹੋਣ ਕਰਕੇ that becomes very hard। ਹੁਣ ਜਿਹੜਾ GS ਵਾਲਾ ਪੋਰਸ਼ਨ ਹੈਗਾ ਯਾਰ, ਠੀਕ ਹੈ, ਉੱਥੇ you have to ਦੇਖੋ ਯਾਰ, ਜਿਹਦਾ ਬੱਚੇ ਦਾ ਸੀਸੈਟ ਸਟਰੋਂਗ ਹੈਗਾ ਉਹ ਤੁਹਾਨੂੰ ਟੱਕਰ ਦਊਗਾ ਉੱਥੇ ਯਾਰ, ਉਹ ਤੁਹਾਨੂੰ ਵਧੀਆ ਟੱਕਰ ਦਊਗਾ। 70 ਕੁਐਸਚਨ ਜੇ ਤੁਹਾਡੇ ਉੱਥੇ ਸਹੀ ਹੁੰਦੇ ਗਏ, 70 into ਕਿੰਨਾ ਹੋ ਗਿਆ ਜੀ, 70 questions into 2.5, how much you get is equal to 175 ਆ ਗਿਆ, ਠੀਕ ਹੈ। ਮਾਈਨਸ ਕਰੋ ਇਹਨੂੰ 300 ਤੋਂ ਤੇ ਤੁਹਾਡੇ ਬਚ ਗਿਆ 125 ਯਾਰ। 125 ਨੂੰ ਤੁਸੀਂ ਡਿਵਾਈਡ ਕਰ ਲਓ 2 ਨਾਲ, ਮਤਲਬ ਕਿ ਤੁਸੀਂ GS ਦੇ ਵਿੱਚ 60 ਤੋਂ ਲੈ ਕੇ 65 ਦੇ ਵਿੱਚ 65 ਕੁਐਸਚਨਸ ਕਰੈਕਟ ਹੋਣੇ ਜ਼ਰੂਰੀ ਹੈਗੇ, ਠੀਕ ਹੈ। ਹੁਣ ਸਿਲੇਬਸ ਦੀ ਜੇ ਤੁਸੀਂ ਗੱਲ ਕਰਦੇ ਹੋ, GS ਦੀ ਗੱਲ ਕਰਦੇ ਹੋ, ਏਰੀਆਜ਼ ਦੀ, ਯਾਰ ਕੋਈ ਐਗਜ਼ਾਮ ਹੋਵੇ, ਠੀਕ ਹੈ, ਕੋਈ ਹਿੰਦੁਸਤਾਨ ਦਾ ਕੋਈ ਪੇਪਰ ਹੋਏ, ਤੁਹਾਨੂੰ ਇੱਕ ਗੱਲ ਦੱਸ ਰਿਹਾ ਹੈਗਾ, ਜਿਹੜਾ GS ਦਾ ਪੇਪਰ ਹੁੰਦਾ ਨਾ, ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਯਾਰ ਸਾਰੇ ਕੁਐਸਚਨ ਹੀ ਬੜੇ ਟਫ ਹੋਣ, ਠੀਕ ਹੈ। 60 ਕੁਐਸਚਨ 60% ਆਫ ਆਲ ਕੁਐਸਚਨਸ ਦੇ ਆਰ ਆਲਵੇਜ਼ ਕੈਚੀ, ਦੇ ਆਰ ਈਜ਼ੀ ਫॉर एवरीवन, ਸੌਖੇ ਹੁੰਦੇ ਹੈਗੇ, ਕੋਈ ਵੀ ਕਰ ਸਕਦਾ ਹੈਗਾ, ਠੀਕ ਹੈ। 60% ਦੀ ਗੱਲ ਕਰਦਾ, 20% ਦਾ ਜਿਹੜਾ ਲੈਵਲ ਹੁੰਦਾ, 20% ਕੁਐਸਚਨ ਇਦਾਂ ਦੇ ਹੁੰਦੇ ਆ ਜਿਹਦਾ ਲੈਵਲ ਜਿਹੜਾ ਮੀਡੀਓਕਰ ਟਾਈਪ ਹੁੰਦਾ, ਜਿਹਦੇ 'ਚ ਆਪਾਂ ਕਹਿੰਦੇ ਆ ਉਹ ਯਾਰ A ਵੀ ਹੋ ਸਕਦਾ ਸੀ, ਉਹ ਯਾਰ B ਵੀ ਹੋ ਸਕਦਾ ਸੀਗਾ, ਠੀਕ ਹੈ। ਬਾਕੀ ਬੱਚੇ ਤੁਹਾਡੇ ਕਹਿਣਾ 20% ਕੁਐਸਚਨ ਜਿਹੜੇ ਹੁੰਦੇ ਆ, ਦੇ ਆਰ ਐਕਚੁਅਲੀ ਆਫ ਡਿਫਿਕਲਟੀ ਲੈਵਲ ਵੈਰੀ ਹਾਰਡ। ਸੋ ਇਟ ਡਿਪੈਂਡਸ, ਜੇ ਤੁਹਾਨੂੰ ਲੱਗਦਾ, ਦੇਖੋ ਯਾਰ ਹਰ ਬੱਚੇ ਦਾ ਨਾ, ਹਰੇਕ ਕੈਂਡੀਡੇਟ ਦੀ ਆਪਣਾ ਇੱਕ ਐਜ ਹੁੰਦਾ ਹੈਗਾ। ਕਈ ਸਟੂਡੈਂਟਸ ਦਾ ਐਜ ਜਿਹੜਾ ਸੀਸੈਟ ਹੋਊਗਾ, ਕਈ ਜਿਹੜੇ ਬੱਚੇ ਉਹਨਾਂ ਦਾ ਐਜ ਇੰਗਲਿਸ਼ ਹੋਊਗਾ, ਕਈ ਆਪਣੇ ਜਿਹੜੇ ਪੰਜਾਬੀ ਆਪਣਾ ਰੂਰਲ ਬੈਕਗ੍ਰਾਉਂਡ ਤੋਂ ਹੈਗਾ ਉਹਦਾ ਪੰਜਾਬੀ ਵੀ ਸਟਰੋਂਗ ਹੋਊਗਾ, ਠੀਕ ਹੈ। ਸੋ ਮਾਈ ਪੁਆਇੰਟ ਹੇਅਰ ਇਜ਼, ਆਪਣਾ ਜਿਹੜਾ ਐਜ ਹੈ ਉਹਨੂੰ ਤਾਂ ਬਹੁਤ ਸਟਰੋਂਗ ਕਰਕੇ ਰੱਖੋ, ਜਿਹੜੀ ਤੁਹਾਡੀ ਵੀਕਨੈਸ ਹੈ ਉਹਦੇ ਤੇ ਵਰਕ ਕਰੋ। ਇਸ ਵੇਲੇ ਇਸ ਚੀਜ਼ ਦੀ ਲੋੜ ਹੈ। ਜੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਆਪਾਂ ਅਕਤੂਬਰ 'ਚ ਪੇਪਰ ਲੈ ਲੈਣਾ, ਤੇ ਦੇ ਮਾਈਟ, ਜੇ ਕੰਡੀਸ਼ਨ ਸਹੀ ਰਹਿੰਦੀਆਂ ਹੈ, ਅਕਤੂਬਰ ਦੇ ਵਿੱਚ ਪੇਪਰ ਹੋ ਸਕਦਾ ਹੈਗਾ, ਠੀਕ ਹੈ। ਆਪਣਾ ਪੇਪਰ ਅਕਤੂਬਰ ਦੇ ਵਿੱਚ ਹੋ ਗਿਆ, ਉਹਦੇ ਵਾਸਤੇ ਬੈਟਰ ਹੈ ਕਿ ਜਿਹੜੀ ਤੁਹਾਡੀ ਏਰੀਆ ਸਟਰੋਂਗ ਹੈ ਉਹਨੂੰ ਹੋਰ ਸਟਰੋਂਗ ਕਰੋ, ਜਿਹੜਾ ਵੀਕ ਹੈ ਉਹਦੇ ਤੇ ਕੰਮ ਕਰਨ ਦੀ ਕੋਸ਼ਿਸ਼ ਕਰੋ, ਉਹਨੂੰ ਚੈੱਕ ਆਊਟ ਕਰੋ, ਠੀਕ ਹੈ। ਦੂਜੀ ਗੱਲ ਯਾਰ, ਜਿਹੜਾ ਤੁਹਾਡਾ ਆਪਣਾ ਟੈਸਟ ਸੀਰੀਜ਼ ਕਰਦੇ ਆ, ਆਪਾਂ ਕਰਦੇ ਆ ਆਰਗੇਨਾਈਜ਼, ਜਾਂ ਚਲੋ ਤੁਹਾਡੀ ਜਿੱਦਾਂ ਦੀ ਵੀ ਤੁਸੀਂ ਟੈਸਟ ਸੀਰੀਜ਼ ਦੇਣੀ ਹੈਗੀ ਹੈ, ਤੁਸੀਂ ਕਿਸੇ ਹੋਰ ਇੰਸਟੀਚਿਊਟ 'ਚ ਵੀ ਜੁਆਇਨ ਕਰਨੀ ਹੈ, ਟੈਸਟ ਸੀਰੀਜ਼ ਕਰੋ। ਟੈਸਟ ਸੀਰੀਜ਼ ਇੱਕ ਆਥੈਂਟਿਕ ਵਧੀਆ ਟੈਸਟ ਸੀਰੀਜ਼ ਜੁਆਇਨ ਕਰਨਾ ਬਹੁਤ ਜ਼ਰੂਰੀ ਹੈ, ਸੋ ਦੈਟ ਯੂ ਆਰ ਏਬਲ ਟੂ ਐਨਾਲਾਈਜ਼ ਯੋਰਸੈਲਫ ਕਿ ਹਾਂਜੀ ਪੇਪਰ ਵਾਸਤੇ ਆਹ ਚੀਜ਼ ਜ਼ਰੂਰੀ ਹੈ, ਆਪਣੇ ਵਾਸਤੇ ਆਹ ਚੀਜ਼ ਜ਼ਰੂਰੀ ਨਹੀਂ ਹੈਗੀ ਹੈ, ਠੀਕ ਹੈ। ਪਲੀਜ਼ ਆਪਣੀ ਟੈਸਟ ਸੀਰੀਜ਼ ਨੂੰ ਧਿਆਨ ਨਾਲ ਰੱਖਿਓ, ਠੀਕ ਹੈ। ਤੇ ਹਾਂਜੀ ਆਕਾਸ਼ ਸਰ, ਇਫ ਯੂ ਵਾਂਟ ਟੂ ਐਡ ਐਨੀਥਿੰਗ, ਔਰ ਪੈਮਲ ਮੈਮ ਇਫ ਯੂ ਵਾਂਟ ਟੂ ਐਡ ਐਨੀਥਿੰਗ। I tried adding ਪੈਮਲ ਮੈਡਮ ਬਟ ਉਹ ਨਹੀਂ ਐਡ ਹੋ ਰਹੀ ਜੀ, ਠੀਕ ਹੈ। ਹਾਂਜੀ ਮੈਮ, ਆਕਾਸ਼ ਸਰ ਕੋਈ ਗੱਲ ਕਹਿਣਾ ਚਾਹੋ ਤਾਂ? ਓਕੇ, ਯੈਸ। ਸੋ ਇਹੀ ਹੈ ਇਹਦੇ ਵਿੱਚ ਕਿ ਹੁਣ ਤੁਸੀਂ ਮੰਨ ਲਓ ਤੁਸੀਂ ਕਿਤੇ ਵੀ ਖੜੇ ਹੋ, ਠੀਕ ਹੈ, ਯੂ ਹੈਵ ਯੂਅਰ ਸਟਰੈਂਥਸ, ਵੀਕਨੈਸਿਸ, ਸਭ ਕੁਝ ਹੈ ਤੁਹਾਡੇ ਕੋਲ, ਤੇ ਇਹ ਮੌਕ ਟੈਸਟ ਦੇ ਨਾਲ ਹੀ ਹੈ ਕਿ ਤੁਸੀਂ ਆਪਦੇ ਸਟਰੈਂਥਸ ਤੇ ਵੀਕਨੈਸਿਸ ਨੂੰ ਮੈਜ਼ਰ ਕਰ ਸਕਦੇ ਹੋ ਕਿ ਕਿਹੜੀ ਚੀਜ਼ ਤੁਹਾਡੀ ਵਧੀਆ ਹੈ, ਕਿਹੜੀ ਚੀਜ਼ ਤੁਹਾਡੀ ਘਟੀਆ ਹੈ। ਤਾਂ ਇਹਦੇ 'ਚ ਜ਼ਰੂਰੀ ਕੀ ਹੈ ਕਿ ਤੁਸੀਂ ਮੌਕ ਟੈਸਟ ਦੇ ਵਿੱਚੋਂ ਦੇਖੋ ਕਿ ਕਿਹੜੇ ਕੁਐਸਚਨਸ ਤੁਹਾਨੂੰ ਬਹੁਤ ਈਜ਼ੀਲੀ, ਕਿਉਂਕਿ ਸਪੈਸੀਫਿਕ ਟੌਪਿਕ ਹੁੰਦੇ ਆ, ਕਿਸੇ ਦਾ ਪੋਲਿਟੀ ਸਟਰੋਂਗ ਹੁੰਦਾ, ਕਿਸੇ ਦਾ ਕੁਝ ਸਟਰੋਂਗ ਹੁੰਦਾ, ਕਿਸੇ ਦਾ ਕੁਝ ਸਟਰੋਂਗ ਹੁੰਦਾ, ਤਾਂ ਜਿਹੜੀਆਂ ਤੁਹਾਡੇ ਬਹੁਤ ਈਜ਼ੀਲੀ ਕੁਐਸਚਨਸ ਆ ਰਹੇ ਆ ਉਹਨਾਂ ਨੂੰ ਹਲਕਾ ਜਿਹਾ ਰਿਲੈਕਸ ਕਰ ਦਿਓ, ਤੇ ਜਿਹੜੀਆਂ ਚੀਜ਼ਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਦਿੱਕਤ ਦੇ ਰਹੀਆਂ, ਹਾਰਡ ਟਾਈਮ ਦੇ ਰਹੀਆਂ ਨੇ, ਤਾਂ ਸਪੈਸੀਫਿਕਲੀ ਉਹਨਾਂ ਚੀਜ਼ਾਂ ਨੂੰ ਬਾਰ-ਬਾਰ ਰਿਵਾਈਜ਼ ਕਰੋ। ਜਿਹੜੇ ਚੀਜ਼ਾਂ ਜਿੱਥੇ ਤੁਹਾਨੂੰ ਐਵੇਂ ਲੱਗ ਰਿਹਾ ਕਿ ਤੁਹਾਡੇ ਨੋਟਸ ਸਫੀਸ਼ੀਐਂਟ ਨਹੀਂ ਹੈਗੇ, ਆਪਦੇ ਮੈਂਟਰਸ ਨੂੰ ਕੰਸਲਟ ਕਰੋ, ਜਾਂ ਫਿਰ ਜਿਹੜੀਆਂ ਬੁੱਕ ਲਿਸਟ ਦੇ ਵਿੱਚ ਬੁੱਕਸ ਦਿੱਤੀਆਂ ਹੋਈਆਂ ਨੇ ਉਹਨਾਂ ਨੂੰ ਕੰਸਲਟ ਕਰੋ, ਠੀਕ ਹੈ। GS ਪੇਪਰ 1 ਦੇ ਵਿੱਚ ਜਿੱਥੇ ਤੁਸੀਂ 70 ਕੁਐਸਚਨਸ ਵੀ ਤੁਹਾਨੂੰ ਆਉਂਦੇ ਆ, 75 ਕੁਐਸਚਨ ਆਉਂਦੇ, ਬਹੁਤ ਵਧੀਆ ਸਪੇਸ ਦੇ ਵਿੱਚ ਹੋ ਤੁਸੀਂ, ਪ੍ਰੋਵਾਈਡਡ GS ਪੇਪਰ 2 ਦਾ ਤੁਸੀਂ ਬਹੁਤ ਵਧੀਆ ਮਿਹਨਤ ਉਹਦੇ ਤੇ ਕੀਤੀ ਹੋਈ ਹੈ, ਪ੍ਰੈਕਟਿਸ ਉਹਦੇ ਤੇ ਕੀਤੀ ਹੋਈ ਹੈ, ਓਕੇ। ਇਹ ਜਿਹੜਾ GS ਪੇਪਰ 2 ਹੈ, ਇਹੀ ਤੁਹਾਡਾ ਡਿਸਾਈਡਿੰਗ ਫੈਕਟਰ ਬਣ ਜਾਂਦਾ ਹੈ। ਐਗਜ਼ੈਕਟਲੀ ਸਰ, ਬਿਲਕੁਲ ਸਹੀ ਗੱਲ ਹੈ ਸਰ, ਬਹੁਤ ਵੱਡਾ ਡਿਸਾਈਡਿੰਗ ਫੈਕਟਰ ਹੈ ਜੀ ਇਹ। ਹਾਂਜੀ ਸਰ ਕੰਟੀਨਿਊ ਸਰ। ਬਸ ਥੈਂਕ ਯੂ ਸਰ, ਬਸ ਇਹੀ ਸੀਗਾ। ਬਾਕੀ ਗਾਇਜ਼ ਆਪਣੇ ਜਿਹੜੇ ਬੈਚਸ ਹੈਗੇ ਆ ਫॉर PCS ਪ੍ਰੀਲਿਮਸ, ਹਰਨੂਰ ਸਰ, ਹਾਂ ਤੁਸੀਂ ਜੇ ਕੁਝ ਐਡ ਕਰਨਾ ਚਾਹੋ ਸਰ ਬੱਚਿਆਂ ਵਾਸਤੇ, ਜਿਹੜੇ ਹੁਣ ਆਪਾਂ YouTube ਤੇ ਸਾਰੇ ਰਿਕਾਰਡਡ ਵੀਡੀਓ ਪਾ ਦਾਂਗੇ, ਹਰਨੂਰ ਸਰ ਇਫ ਯੂ ਵਾਂਟ ਟੂ ਸੇ ਸਮਥਿੰਗ। Sir, I just wanted to say ਕਿ at the end ਚਲੋ ਅਸੀਂ PCS ਦੇ ਉੱਪਰ ਪੂਰਾ 1 ਘੰਟਾ ਗੱਲ ਕੀਤੀ ਹੈ,
ਇਹਨੂੰ ਐਗਜ਼ਾਮ ਤੋਂ ਉੱਤੇ ਕੁਝ ਨਹੀਂ ਸਮਝਣਾ। I mean at the end it is just an exam। एग्जाम ਦੀ ਔਕਾਤ ਇੰਨੀ ਨਾ ਵਧਾਇਓ ਕਿ ਆਪਣੀ ਔਕਾਤ ਛੋਟੀ ਕਰ ਲਓ। ਐਗਜ਼ੈਕਟਲੀ ਯਾਰ, ਬੋਡੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਜੀ। एग्जाम ਜੇ ਸਿਰ ਤੇ ਚੜ ਗਿਆ ਤਾਂ ਆਮ ਟੈਲਿੰਗ ਯੂ ਨਾ ਪੜ੍ਹਾਈ ਹੋਣੀ ਹੈ ਨਾ ਤਿਆਰੀ ਹੋਣੀ ਹੈ, ਟੈਨਸ਼ਨ ਪੂਰੀ ਹੋਣੀ ਹੈ। ਠੀਕ ਹੈ, ਸੋ ਬੀ ਰਿਲੈਕਸਡ, ਠੀਕ ਹੈ, ਕੂਲ ਮਾਈਂਡਡ ਰਹੋ, ਸਟ੍ਰੈਸ ਲੈ ਕੇ ਕੁਝ ਵੀ ਨਹੀਂ ਹੋਣਾ ਐਂਡ ਐਗਜ਼ਾਮ ਨੂੰ ਬਹੁਤ ਜ਼ਿਆਦਾ ਆਪਣੇ ਤੋਂ ਉੱਪਰ ਨਹੀਂ ਸਮਝਣਾ। ਗਾਇਸ ਟੈਸਟ ਸੀਰੀਜ਼ ਦੀ ਦੇਵਜੋਤ ਜੀ ਜਿਹੜੀ ਟੈਸਟ ਸੀਰੀਜ਼ ਦੀ ਡਿਟੇਲ ਹੈਗੀ ਹੈ, ਹਾਂਜੀ ਹਾਂਜੀ ਹਰਨੂਰ ਜੀ ਸੌਰੀ ਮੈਂ ਤੁਹਾਨੂੰ ਇੰਟਰਰਪਟ ਕਰਤਾ ਵਿੱਚ, ਸੌਰੀ ਸਰ, ਆਪਣਾ ਪਲੀਜ਼ ਕੰਟੀਨਿਊ। ਨਹੀਂ ਕੋਈ ਗੱਲ ਨਹੀਂ ਸਰ। ਸਭ ਤੋਂ ਉੱਤੇ ਹੁੰਦੀ ਹੈ ਆਪਣੀ ਲਾਈਫ, ਤੇ ਲਾਈਫ ਨੂੰ ਇੰਜੋਏ ਕਰੋ, ਪੜ੍ਹਾਈ ਨੂੰ ਵੀ ਇੰਜੋਏ ਕਰੋ, ਟੈਸਟ ਸੀਰੀਜ਼ ਦੇ ਰਹੇ ਹੋ ਉਹ ਵੀ ਇੰਜੋਏ ਕਰੋ ਐਂਡ ਪੂਰੇ ਪ੍ਰੋਸੈਸ ਨੂੰ ਇੰਜੋਏ ਕਰੋ। ਇਹ ਦੇਖੋ ਕਿ ਤੁਸੀਂ ਇਹਦੇ ਵਿੱਚੋਂ ਕੁਝ ਸਿੱਖ ਰਹੇ ਹੋ। ਠੀਕ ਹੈ, ਅਗਰ ਇਹਦੇ 'ਚ ਕੋਈ ਸਟੰਬਲਿੰਗ ਬਲੌਕ ਹੈ ਉਹ ਵੀ ਤੁਹਾਨੂੰ ਲਾਈਫ 'ਚ ਕੁਝ ਸਿਖਾਊਗਾ ਜੋ ਅੱਗੇ ਟਫ ਟਾਈਮ 'ਚ ਤੁਹਾਨੂੰ ਹੈਲਪ ਕਰੂਗਾ। ਸੋ ਇਹਨੂੰ ਐਜ਼ ਅ ਬਰਡਨ ਲੈਣਾ ਹੀ ਨਹੀਂ ਹੈ, ਨਾ ਕਿਸੇ ਸੁਸਾਇਟੀ ਦੇ ਪ੍ਰੈਸ਼ਰ 'ਚ ਆਉਣਾ ਹੈ, ਨਾ ਆਪਦੇ ਘਰਦਿਆਂ ਦੇ ਪ੍ਰੈਸ਼ਰ 'ਚ ਆਉਣਾ ਹੈ, ਤੇ ਨਾ ਆਪਣੇ ਆਪ ਦੇ ਪ੍ਰੈਸ਼ਰ 'ਚ ਆਉਣਾ। ਇਹ ਆਈ ਥਿੰਕ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਸਮਝਣ ਦੀ ਲੋੜ ਹੈ। ਤੇ ਜੇ ਤੁਸੀਂ ਰਿਲੈਕਸ ਹੋ ਕੇ ਪੜ੍ਹੋਗੇ ਦੈਨ ਬਿਲੀਵ ਮੀ ਪਰਫਾਰਮੈਂਸ ਕਈ ਗੁਣਾ ਵੱਧ ਵੀ ਜਾਊਗੀ। ਸੋ ਐਟ ਦੀ ਐਂਡ ਇਟ ਇਜ਼ ਜਸਟ ਐਨ ਐਗਜ਼ਾਮ ਐਂਡ ਫ੍ਰੀ ਮਾਈਂਡ ਨਾਲ ਇਹਦੀ ਤਿਆਰੀ ਕਰੋ। ਦੇਖੋ ਆਪਣਾ ਕੁਝ ਬੱਚੇ ਹੈਗੇ ਆ ਸਰ ਜਿਹੜੇ ਪੁੱਛ ਰਹੇ ਹੈਗੇ ਆ, ਆਈ ਜਸਟ ਕਮ ਅਪ ਵਿਦ ਦੀ ਕੁਐਰੀਜ਼। ਦੇਵਜੋਤ ਤੁਸੀਂ ਪੁੱਛ ਰਹੇ ਹੋ ਕਿ ਹਾਂਜੀ ਟੈਸਟ ਸੀਰੀਜ਼ ਨੂੰ ਲੈ ਕੇ ਸਰ ਕਿਸ ਤਰ੍ਹਾਂ ਹੈਗਾ, ਕਿ ਟੈਸਟ ਸੀਰੀਜ਼ ਦਾ ਕਿੱਦਾਂ ਰਹੇਗਾ। ਮੈਂ ਦੱਸਣਾ ਚਾਹਾਂਗਾ ਯਾਰ, ਜਿਹੜੀ ਟੈਸਟ ਸੀਰੀਜ਼ ਨੂੰ ਲੈ ਕੇ ਗੱਲ ਹੈਗੀ ਹੈ, ਟੈਸਟ ਸੀਰੀਜ਼ ਆਪਣੀ ਜੋ ਡਿਟੇਲ ਟੈਸਟ ਸੀਰੀਜ਼ ਦੀ ਡੇਟ ਸ਼ੀਟ ਹੈਗੀ ਹੈ, ਇਟ ਇਜ਼ ਆਲਰੇਡੀ ਔਨ ਵੈਬਸਾਈਟ, ਇਟਸ ਆਲਸੋ ਔਨ ਟੈਲੀਗ੍ਰਾਮ ਚੈਨਲ ਆਲਸੋ। ਆਪਾਂ WhatsApp ਤੇ ਤਾਂ ਯਾਰ ਬਹੁਤ ਬੱਚੇ ਹੋ ਜਾਂਦੇ ਇਕੱਠੇ, ਆਪਣੇ ਬਹੁਤ 200-250 ਤੋਂ ਕ੍ਰਾਸ ਹੋ ਜਾਂਦਾ, ਸੋ ਵੀ ਹੈਵ ਪੁੱਟ ਇਟ ਔਨ ਟੈਲੀਗ੍ਰਾਮ ਚੈਨਲ ਦੇ ਉੱਤੇ ਪੈਮਲ ਮੈਮ ਤੇ ਕਸ਼ਿਸ਼ ਮੈਡਮ ਨੇ ਡਿਟੇਲ ਪਾਈ ਹੈਗੀ ਹੈ, ਵੈਬਸਾਈਟ ਤੇ ਵੀ ਅਵੇਲੇਬਲ ਹੈਗੀ ਹੈ। ਅਦਰਵਾਈਜ਼ ਤੁਸੀਂ ਆਫਿਸ ਫੋਨ ਕਰਕੇ, ਠੀਕ ਹੈ, ਪਤਾ ਕਰ ਸਕਦੇ ਹੋ ਕਿ ਬਈ ਟੈਸਟ ਸੀਰੀਜ਼ ਦੀ ਸਰ ਡਿਟੇਲ ਕੀ ਹੈਗੀ ਹੈ। ਵੀ ਹੈਵ ਡਿਟੇਲ ਸਾਰੀ ਹੈਗੀ ਨੇ ਟੈਸਟ ਸੀਰੀਜ਼ ਦੀਆਂ, ਆਪਣਾ ਸ਼ਡਿਊਲ ਬਣ ਗਿਆ ਹੈਗਾ ਟਿਲ ਐਗਜ਼ਾਮ। ਤੇ ਦੂਜਾ ਕੁਐਸਚਨ ਹੈਗਾ ਜੀ ਗੁਨੀਤ ਵਿਰਦੀ ਦੇ ਪੁੱਛਦੇ ਹੈਗੇ ਆ ਕਿ ਐਨੀ ਕੁਐਸਚਨਸ ਰਿਲੇਟ ਟੂ ਮੈਪ ਆਫ ਇੰਡੀਆ, is there any question relating to that in exam? Sir, map based question ਆਂਦਾ ਜੀ ਪੇਪਰ ਦੇ ਵਿੱਚ ਕੋਈ? ਆਕਾਸ਼ ਸਰ ਜਾਂ ਹਰਨੂਰ ਸਰ? ਹਾਂਜੀ ਹਰਨੂਰ ਜੀ। UPSC ਵਾਂਗੂ ਮੈਪ ਵੀ ਉਨਾ ਹੀ, UPSC ਵਾਂਗੂ ਇਹ ਵੀ ਉਨਾ ਹੀ ਇੰਪੋਰਟੈਂਟ ਕੁਐਸਚਨ ਹੋ ਜਾਂਦਾ ਜਿੰਨਾ ਕਿ UPSC 'ਚ। ਬਾਕੀ ਇਟ ਵੇਰੀਜ਼। PCS ਦੀ ਜਿਵੇਂ ਆਪਾਂ ਗੱਲ ਕੀਤੀ ਕਿ ਕੋਈ ਫਿਕਸ ਪੈਟਰਨ ਨਹੀਂ ਹੈ, ਉਹ ਡਿਫਿਕਲਟੀ ਲੈਵਲ ਵਧਾ ਵੀ ਸਕਦੇ, ਘਟਾ ਵੀ ਸਕਦੇ, ਕੁਐਸਚਨ ਨੰਬਰਸ ਹੈ ਉਹ ਵੀ ਉੱਤੇ ਨੀਚੇ ਹੋ ਸਕਦੇ। ਬਟ ਇੰਪੋਰਟੈਂਸ ਦੀ ਗੱਲ ਹੈ ਤਾਂ ਇੰਪੋਰਟੈਂਸ ਉਹ ਡੈਫੀਨਿਟਲੀ ਹੋਲਡ ਕਰਦਾ। ਸੋ ਮੈਪ ਵਾਲਾ ਪੋਰਸ਼ਨ ਕਿਸੇ ਵੀ ਹਾਲਤ 'ਚ ਇਗਨੋਰ ਨਹੀਂ ਹੋ ਸਕਦਾ। ਈਵਨ 2015 'ਚ ਦੇਖੋਗੇ ਤਾਂ ਪੰਜਾਬ ਦੇ ਮੈਪ ਬਾਰੇ ਬਹੁਤ ਪੁੱਛਿਆ ਹੋਇਆ। ਸਰ ਹਾਂ, ਪੰਜਾਬ ਸਪੈਸੀਫਿਕ ਮੈਪ ਤੋਂ ਤਾਂ ਕੁਐਸਚਨ ਆਉਂਦੇ ਹੈਗੇ ਜੀ, ਬਟ ਜੇ ਆਪਾਂ ਦੇਖੀਏ ਇੰਡੀਆ ਬੇਸਡ ਕੋਈ ਮੈਪਿੰਗ ਬੇਸਡ ਕੁਐਸਚਨ ਮੈਨੂੰ ਲੱਗਿਆ ਨਹੀਂ, ਮੈਂ ਦੇਖਿਆ ਨਹੀਂ ਕੋਈ ਮੈਪਿੰਗ ਬੇਸਡ ਕੁਐਸਚਨ ਫਰਮ ਇੰਡੀਆ ਤੋਂ ਹੋਏ। ਪੰਜਾਬ ਬੇਸਡ ਤਾਂ ਡੈਫੀਨਿਟਲੀ ਰਹਿੰਦਾ ਹੈਗਾ ਜੀ। ਅਗੇਨ ਆਈ ਵੁੱਡ ਲਾਈਕ ਟੂ ਐਡ ਹੇਅਰ ਕਿ ਨੈਸ਼ਨਲ ਪਾਰਕਸ ਵਾਲਾ ਜਿਹੜਾ ਪੋਰਸ਼ਨ ਹੈ ਇਹਦੇ 'ਚ ਵੀ ਮੈਂ ਕਾਫੀ ਇੰਪੋਰਟੈਂਟ ਦੇਖਿਆ, ਨੈਸ਼ਨਲ ਪਾਰਕਸ ਬਾਰੇ ਕੁਐਸਚਨਸ ਆ ਜਾਂਦੇ। ਸਰ ਉਹ ਥੋੜਾ ਜਿਹਾ এনवायरमेंट ਰਿਲੇਟਡ ਜ਼ਿਆਦਾ ਰਹਿੰਦਾ ਹੈਗਾ ਜੀ, ਦੈਟ ਇਜ਼ ਵਾਈ ਹਾਂਜੀ ਉਹ ਕਹਿ ਸਕਦੇ ਹੋ। ਬਟ ਜੀ ਕਿ 2009 ਚ ਪਹਿਲੀ ਵਾਰ ਇਹਨਾਂ ਨੇ ਪੇਪਰ ਲਿਆ ਸੀਗਾ ਤੇ ਉਸ ਵੇਲੇ ਨਾ PPSC ਦਾ ਇੱਕ ਬੜਾ ਗੈਪ ਪੈ ਗਿਆ ਸੀਗਾ ਯਾਰ, ਤੇ 20 ਸਾਲ ਬਾਅਦ ਆਪਣਾ 10 ਸਾਲ ਬਾਅਦ ਸੌਰੀ PPSC ਐਗਜ਼ਾਮ ਕੰਡਕਟ ਕਰ ਰਹੀ ਸੀਗੀ। ਦੇ ਵਰ ਵੈਰੀ ਇਮੈਚੁਰ, ਇਹਨਾਂ ਨੇ ਬਹੁਤ ਇਮੈਚੁਰ ਤਰੀਕੇ ਨਾਲ 2009 ਵਾਲਾ ਪੇਪਰ ਨੇ ਬੜੇ ਇਮੈਚੁਰ ਤਰੀਕੇ ਨਾਲ 2011-12 ਚ ਲਿਆ ਸੀਗਾ ਯਾਰ, ਠੀਕ ਹੈ। ਬਟ ਹੁਣ ਜਿਹੜਾ ਕਮਿਸ਼ਨ ਹੈਗਾ ਯਾਰ, ਇਹਨਾਂ ਦੇ ਹੈਵ ਮੈਚੁਰਡ। ਪਹਿਲੀ ਗੱਲ ਤਾਂ ਮੈਚੁਰ ਕੀਤੇ ਹੈਗੇ ਐਸ ਫਾਰ ਐਸ ਪੇਪਰ, ਐਵਰੀ ਟਾਈਮ ਦੇ ਆਰ ਇਨਕਰੀਜ਼ਿੰਗ देयर ਲੈਵਲ ਯਾਰ। ਜਿਹੜਾ ਪਹਿਲਾ ਲੈਵਲ ਹੁੰਦਾ ਸੀਗਾ ਇਹ ਉਹਨੂੰ ਹੌਲੀ ਹੌਲੀ ਵਧਾ ਰਹੇ ਆ ਲੈਵਲ ਨੂੰ, ਪਹਿਲੀ ਗੱਲ ਤਾਂ ਆ ਹੈਗੀ ਹੈ। ਦੂਜੀ ਗੱਲ ਆ ਹੈਗੀ ਹੈ ਕਿ ਇਹਦੇ ਕਮਿਸ਼ਨ ਦੇ ਵਿੱਚ ਹੁਣ ਇੱਕ IAS ਆਫੀਸਰ ਹੈਗੀ ਹੈ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਯਾਰ, ਬਟ ਹੁਣ देयर आर ਪੀਪਲ ਇਨਟੂ ਦੀ ਕਮਿਸ਼ਨ ਜਿਹੜੇ ਕਿ IAS ਬੈਕਗ੍ਰਾਉਂਡ ਦੇ ਬੰਦੇ ਹੈਗੇ ਆ, ਠੀਕ ਹੈ। देयर इज अ ਲੇਡੀ, ਸ਼ੀ ਇਜ਼ ਫਰਮ IAS ਬੈਕਗ੍ਰਾਉਂਡ, ਤੇ ਉਹਨਾਂ ਦਾ ਹੱਥ ਪੇਪਰ ਬਣਾਉਣ ਚ ਪਤਾ ਲੱਗਦਾ ਹੈ ਕਿ ਹਾਂ ਯਾਰ ਇਹ ਜਿਹੜਾ ਪੇਪਰ ਹੈ ਇਹਦੇ ਵਿੱਚ IAS ਦਾ ਬੰਦਾ ਹੈ ਜਿਹੜਾ ਆਪਣਾ ਇਹ ਚੀਜ਼ ਨੂੰ ਤਿਆਰ ਕਰ ਰਿਹਾ ਹੈ, ਠੀਕ ਹੈ। ਬਟ ਦ ਪੁਆਇੰਟ ਇਜ਼ ਕਿ ਇੱਕ ਇਕੱਲੇ ਬੰਦੇ ਦੀ ਸੇ ਨਹੀਂ ਹੁੰਦੀ ਪੇਪਰ ਦੇ ਵਿੱਚ। ਆਪਣੇ ਨਾ ਪੰਜਾਬ ਦੇ ਵਿੱਚ ਇਦਾਂ ਹੁੰਦਾ ਕਿ ਹਾਂ देयर इज अ ਕੰਪਲੀਟ ਪੈਨਲ ਟੂ ਇਟ, ਸੋ ਐਵਰੀਬਾਡੀ ਪੁੱਟਸ ਹਿਸ ਇਨਪੁਟ ਦਿੰਦਾ ਹੈਗਾ। ਇੱਕ ਬੰਦੇ ਤੇ ਪਾ ਦਾਂਗੇ ਤਾਂ ਜਿਹੜੀ ਇਹਦੀ ਟ੍ਰਾਂਸਪੇਰੈਂਸੀ ਐਗਜ਼ਾਮ ਦੀ ਖਤਮ ਹੋ ਜਾਂਦੀ ਹੈਗੀ। ਸੋ ਵਾਟ ਹੈਪਨਸ ਇਜ਼ ਕਿ ਆਪਣਾ ਇਹਦੇ ਚ ਆਪਣਾ ਦੇਖਿਆ ਹੀ ਜਾਂਦਾ ਹੈ ਕਿ ਇੱਕ ਓਵਰਆਲ ਪਿਕਚਰ ਬਣਾਈ ਜਾਂਦੀ ਹੈ। ਬਟ ਹਾਂ ਇਹਨਾਂ ਦਾ ਮੈਚਿਓਰਿਟੀ ਲੈਵਲ ਇੰਕਰੀਜ਼ ਕੀਤਾ ਹੈ, ਡਿਫਿਕਲਟੀ ਲੈਵਲ ਕੁਐਸਚਨਸ ਦਾ ਇੰਕਰੀਜ਼ ਕੀਤਾ ਹੈਗਾ। ਤੇ ਇਹ ਨਾ ਸੋਚਿਓ ਕਿ ਹੁਣ ਜਿੱਦਾਂ ਪਹਿਲਾਂ ਪੇਪਰ ਹੋ ਗਏ ਸੌਖੇ ਜੇ ਉਦਾਂ ਹੀ ਆ ਜਾਣਾ ਹੈਗਾ, ਨਾ।
ਉਹ ਡਿਫਿਕਲਟੀ ਲੈਵਲ ਇੰਕਰੀਜ਼ ਹੀ ਹੋਣਾ ਹੈਗਾ ਜਿੰਨੀ ਮੈਰਿਟ ਪਹਿਲਾਂ ਜ਼ਰੂਰੀ ਨਹੀਂ ਹੈ ਕਿ ਹੁਣ ਦੁਬਾਰਾ ਜਿਹੜੀ ਮੈਰਿਟ ਹੈ ਜੀ ਹਾਂਜੀ 300 310 320 ਤੇ ਮੈਰਿਟ ਜਾਰੀ ਹੈ ਲੋਕੀ ਚੌਕੇ ਛੱਕੇ ਮਾਰ ਕੇ ਆ ਰਹੇ ਹਨ ਪੇਪਰ ਦੇ ਵਿੱਚ ਨੋ ਦੈਟ ਇਜ਼ ਨਾਟ ਦਾ ਕੇਸ ਗਾਇਜ਼ ਤੇ ਇਸ ਗੱਲ ਨੂੰ ਦਿਮਾਗ 'ਚ ਰੱਖਿਓ ਕਿ ਹਾਂ ਪੇਪਰ ਦੇ ਵਿੱਚ ਹੁਣ ਡਿਫਿਕਲਟੀ ਲੈਵਲ ਡੈਫੀਨਿਟਲੀ ਇੰਕਰੀਜ਼ ਕਰਨਗੇ ਤੇ ਆਪਣੀ ਜਿਹੜੀ ਤਿਆਰੀ ਹੈ ਨਾ ਉਹ ਵਧੀਆ ਤਰੀਕੇ ਨਾਲ ਰੱਖਿਓ ਡੋਂਟ ਲੀਵ ਐਨੀ ਸਕੋਪ ਫॉर ਐਨੀਥਿੰਗ again CSAT is crucial guys but CSAT crucial ਦਾ ਇਹ ਮਤਲਬ ਨਹੀਂ ਹੈਗਾ ਕਿ ਤੁਸੀਂ GS ਨੂੰ completely ignore ਕਰ ਦੋ ਨਾ GS ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ guys CSAT ਤੁਹਾਨੂੰ ਪਿਕਚਰ ਦੇ ਵਿੱਚ ਲੈ ਕੇ ਆਊਗਾ ਤੁਹਾਨੂੰ ਇੱਕ ਤਰ੍ਹਾਂ ਦੇ ਨਾਲ ਕੰਪੀਟੀਸ਼ਨ 'ਚ ਲੈ ਕੇ ਆਊਗਾ CSAT will bring into competition but ਜੋ ਚੀਜ਼ ਤੁਹਾਡੀ ਮੈਰਿਟ ਡਿਸਾਈਡ ਕਰੇਗੀ ਇਸ ਪੇਪਰ ਵਾਸਤੇ that is general studies guys ਠੀਕ ਹੈ ਜਨਰਲ ਸਟੱਡੀਜ਼ ਤੁਹਾਡੀ ਮੈਰਿਟ ਜਨਰਲ ਸਟੱਡੀਜ਼ ਨੇ ਬਣਾਣੀ ਹੈ ਇਹ ਨਾ ਸੋਚੋ ਕਿ CSAT ਨਹੀਂ ਸਹੀ ਜਿਹਦੇ ਬੱਚੇ ਦਾ CSAT ਨਹੀਂ ਸਹੀ ਯਾਰ ਭੁੱਲ ਜਾਓ ਯਾਰ ਐਗਜ਼ਾਮ ਨਹੀਂ ਹੋ ਸਕਦਾ ਜੇ ਤੁਹਾਨੂੰ ਲੱਗਦਾ ਤੁਸੀਂ CSAT ਦੇ ਤਿਆਰੀ ਵਾਲੇ ਬੰਦੇ ਨਹੀਂ ਹੋ ਇਹ ਐਗਜ਼ਾਮ ਹੈ ਹੀ ਨਹੀਂ ਤੁਹਾਡਾ ਦਿਸ ਇਜ਼ ਨਾਟ ਯੋਰ ਕੱਪ ਆਫ ਟੀ ਯਾਰ ਸਿੰਪਲ ਐਜ਼ ਦੈਟ ਠੀਕ ਹੈ CSAT ਵਧੀਆ ਚਾਹੀਦਾ ਬਿਕੋਜ਼ PCS ਨੇ ਐਗਜ਼ਾਮ ਨੂੰ ਕੁਆਲੀਫਾਈਂਗ ਨਹੀਂ ਰੱਖਿਆ ਹੈਗਾ ਇਟ ਇਜ਼ ਮੈਰਿਟ ਬੇਸਡ ਇਹ ਮੈਰਿਟ ਦੇ ਵਿੱਚ ਐਡ ਹੁੰਦਾ ਹੈ ਇਸ ਕਰਕੇ CSAT ਨੂੰ ਇਗਨੋਰ ਤਾਂ ਕਰ ਹੀ ਨਹੀਂ ਸਕਦਾ ਠੀਕ ਹੈ ਤੇ ਦੂਜੀ ਗੱਲ ਯਾਰ ਜੇ CSAT ਤੁਹਾਨੂੰ ਕੰਪੀਟੀਸ਼ਨ 'ਚ ਲੈ ਕੇ ਆਂਦਾ ਹੈ ਤੁਹਾਡੀ ਮੈਰਿਟ ਡਿਸਾਈਡ ਕਰੇਗਾ ਜਨਰਲ ਸਟੱਡੀਜ਼ ਗਾਇਜ਼ ਫॉर ਦਿਸ ਐਗਜ਼ਾਮ ठीक है हाँ जी हरनूर सर एनीथिंग एल्स ਬਾਕੀ ਸਰ ਜਿਵੇਂ ਮੈਪ ਦੀ ਆਪਾਂ ਗੱਲ ਕੀਤੀ ਪੰਜਾਬ ਦਾ ਮੈਪ ਕਾਫੀ ਇੰਪੋਰਟੈਂਟ ਰਹੇਗਾ ਜਿਵੇਂ ਕੋਈ ਛੋਟੀ ਜਗ੍ਹਾ ਕੋਈ ਹਾਦਸਾ ਹੋਇਆ ਹੋਵੇ ਕਿਸੇ ਛੋਟੇ ਕਸਬੇ ਤੇ ਤਾਂ ਉਹ ਛੋਟਾ ਟਾਊਨ ਕਿਸ ਜ਼ਿਲ੍ਹੇ 'ਚ ਪੈਂਦਾ ਹੈ ਮੋਗੇ ਜ਼ਿਲ੍ਹੇ ਨਾਲ ਕਿਹੜਾ ਜ਼ਿਲ੍ਹਾ ਲੱਗਦਾ ਹੈ ਸੋ ਛੋਟੇ ਕੁਐਸਚਨਸ ਹੈ ਜਿਹੜੇ ਬਣ ਸਕਦੇ ਮੈਥਸ ਦਾ ਫੋਲੋਇੰਗ ਕਿਸੇ ਵੀ ਤਰੀਕੇ ਨਾਲ ਉਹ ਆ ਸਕਦੇ ਆ ਤਾਂ ਸਪੈਸ਼ਲੀ ਪੰਜਾਬ ਦਾ ਮੈਪ ਇੰਪੋਰਟੈਂਟ ਹੋ ਜਾਂਦਾ ਇੱਕ ਵੱਡਾ ਪੰਜਾਬ ਦਾ ਮੈਪ ਲੈ ਸਕਦੇ ਹੋ ਤੇ ਰੋਜ਼ 5-5 10-10 ਮਿੰਟ ਉਹ ਤੇ ਲਾ ਸਕਦੇ ਹੋ ਬਿਲਕੁਲ ਜੀ ਬਿਲਕੁਲ ਜਿਹੜੇ ਆਪਣੇ ਆਈਐਸ ਵਾਲੇ ਬੱਚੇ ਹੈਗੇ ਆ ਉਹ ਆਈਐਸ ਦਾ ਇੰਡੀਆ ਦਾ ਮੈਪ ਲਗਾਉਂਦੇ ਹੈਗੇ ਆ ਤੇ ਵਰਲਡ ਦਾ ਮੈਪ ਲਗਾਉਂਦੇ ਆ ਤੇ ਜਿਹੜੇ PCS ਵਾਲੇ ਹੈਗੇ ਆ ਉਹ ਉਹਨਾਂ ਦੋਨਾਂ ਮੈਪਸ ਦੇ ਨਾਲ ਇੱਕ ਪੰਜਾਬ ਦਾ ਠੀਕ ਹੈ ਪੰਜਾਬ ਦਾ ਮੈਪ ਪੋਲੀਟੀਕਲ ਦਾ ਮੈਪ ਲਗਾ ਲਓ ਠੀਕ ਹੈ ਜਿਹੜੀ ਆਪਣੀ ਕਿਤਾਬ ਹੈਗੀ ਹੈ ਯਾਰ ਠੀਕ ਹੈ ਰੰਗਲਾ ਪੰਜਾਬ ਇਹਦੇ ਵਿੱਚ ਤਾਂ ਆਈ ਥਿੰਕ ਜਿਹੜੇ ਸ਼੍ਰੀ ਰਾਮ ਪਬਲਿਕੇਸ਼ਨ ਵਾਲੇ ਹੈਗੇ ਆ they give you one map ਉਹਦੇ ਨਾਲ ਅਟੈਚ ਕਰਕੇ ਦਿੰਦੇ ਹੈਗੇ ਤਾਂ that map will also work ਬਾਕੀ ਆਪਣਾ you can buy the map also online ਵੀ ਦੇਖ ਸਕਦੇ ਹੋ ਜੇ ਇਸ ਵੇਲੇ ਨਹੀਂ ਦੁਕਾਨਾਂ ਖੁੱਲੀਆਂ ਹੈਗੀਆਂ ਤਾਂ guys online also ਦੇ ਮੈਪ ਚੱਕ ਸਕਦੇ ਹੋ ਤਾਂ ਪਲੀਜ਼ ਆਪਣਾ ਉਹਨੂੰ ਡਾਊਨਲੋਡ ਕਰਕੇ ਤੇ ਉਹਦੀ ਕਾਪੀਜ਼ ਬਣਾ ਕੇ ਆਪਣੇ ਕੋਲ ਰੱਖ ਲਓ ਯਾਰ ਪਲੀਜ਼ ਠੀਕ ਹੈ ਹਾਂਜੀ ਆਕਾਸ਼ ਸਰ ਐਨੀਥਿੰਗ ਯੂ ਵਾਂਟ ਟੂ ਐਡ ਗਾਇਸ nothing sir everything is clear now so we are good with this thing now ਤੇ we will try to ਜੇ ਆਪਾਂ ਨੂੰ ਲੱਗਿਆ ਕਿ ਹੋਰ ਇੱਕ ਅੱਧ ਵੈਬਿਨਾਰ ਦੀ ਲੋੜ ਹੈਗੀ ਹੈ ਗਾਇਜ਼ we'll try to put it unfortunately guys ਅੱਜ ਅਸੀਂ YouTube ਤੇ ਲਾਈਵ ਨਹੀਂ ਜਾ ਸਕੇ ਜਿਹਦੇ ਕਰਕੇ ਆਪਣੇ ਨਾਲ ਕਾਫੀ ਜਿਹੜੇ ਸਟੂਡੈਂਟਸ ਨੇ ਨਹੀਂ ਜੁੜ ਸਕੇ but we have gone live on Facebook ਤੇ we tried to go live there will next time ਜੇ ਆਪਾਂ ਕੋਸ਼ਿਸ਼ ਕਰਾਂਗੇ ਜੇ ਆਪਾਂ we could match up on YouTube ਜੇ ਆਪਾਂ ਰੱਖ ਸਕਦੇ ਹਾਂ ਤਾਂ ਆਪਾਂ ਜ਼ਰੂਰ ਰੱਖਾਂਗੇ within few days but ਫਿਲਹਾਲ ਦੇ ਲਈ guys ਇੰਨਾ ਹੀ ਕਾਫੀ ਹੈਗਾ ਬਾਕੀ ਆਪਣੇ ਬੈਚਸ ਦੇ ਬਾਰੇ ਤੁਹਾਨੂੰ ਦੱਸ ਦਿੰਨਾ guys we are starting with the new batch from 15th 15 ਤਰੀਕ ਤੋਂ ਬੈਚ ਸ਼ੁਰੂ ਕਰ ਰਹੇ ਹੈਗੇ ਟਾਈਮਿੰਗ ਤੇ ਹਰ ਇੱਕ ਡਿਟੇਲ ਵਾਸਤੇ ਤੁਹਾਨੂੰ ਕਸ਼ਿਸ਼ ਮੈਡਮ ਹੁਣ ਜ਼ਿਆਦਾ ਡਿਟੇਲਸ ਦੱਸ ਦੇਣਗੇ ਕਸ਼ਿਸ਼ ਮੈਡਮ ਤੁਸੀਂ ਡਿਟੇਲ ਦੇ ਸਕਦੇ ਹੋ ਬੈਚਸ ਬਾਰੇ ਕਿ ਕਦੋਂ ਟਾਈਮਿੰਗ ਹੈ ਕਿਸ ਤਰ੍ਹਾਂ ਹੈਗਾ so that we can put the video on YouTube also ਹਾਂਜੀ ਮੈਮ we are going to start our new batches from tomorrow itself from 15th of June it will be a prelims crash course guys we will try to complete all general studies and CSAT syllabus in upcoming 3 months so that you can be able to give prelims with full confidence in September right and in this course ਆਪਾਂ ਇਹਦੇ ਵਿੱਚ ਜਨਰਲ ਸਟੱਡੀਜ਼ ਦੇ ਸਾਰੇ ਕੰਪੋਨੈਂਟਸ ਨਾਲ CSAT ਪੰਜਾਬੀ ਲੈਂਗੁਏਜ ਵੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਥੇ ਬੱਚਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜਿਵੇਂ ਕਿ ਸਾਡੇ ਕੋਲ ਹਲੇ ਪੰਜਾਬੀ ਲੈਂਗੁਏਜ ਦੇ ਕੁਐਸਚਨਸ ਬਾਰੇ ਵੀ ਪੁੱਛਿਆ ਗਿਆ so we'll try to cover those areas as well right and the timings for that is 4 o'clock in the evening onwards 4 ਵਜੇ ਤੋਂ 7 ਵਜੇ ਤੱਕ most probably ਆਪਾਂ ਇਹ ਟਾਈਮ ਰੱਖਾਂਗੇ ਉੱਪਰ ਨੀਚੇ 5 ਵਜੇ ਤੋਂ 7 ਵੀ ਹੋ ਸਕਦਾ ਅਕੋਰਡਿੰਗਲੀ ਆਪਾਂ ਬੱਚਿਆਂ ਨਾਲ ਜਿਹੜੇ ਇਨਰੋਲ ਹੋਏ ਨੇ ਸਾਡੇ ਕੋਲ ਆਲਰੇਡੀ we'll discuss and we'll keep it evening ਦੇ ਵਿੱਚ ਟਾਈਮ ਰਹੇਗਾ anybody have any kind of doubts they can visit our website or they can call us on our official numbers I'll put it in chat box ਜੇ ਕਿਸੇ ਨੂੰ ਕੋਈ ਵੀ doubt ਹੈਗਾ related to course or test series they can call us at our official number anything else sir
you would ਬਸ like to ਮੈਮ add? ਥੈਂਕ ਯੂ ਜੀ ਤੇ ਇਸੇ ਨਾਲ ਮੈਂ ਐਂਡ All ਕਰਦਾ right. ਜੀ ਅੱਜ ਦੇ ਵੈਬਿਨਾਰ ਨੂੰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਥੈਂਕ ਯੂ ਹਰਨੂਰ ਸਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਆਕਾਸ਼ ਸਰ ਸੁਖਵਿੰਦਰ ਮੈਡਮ ਜੀ ਤੁਹਾਡਾ ਵੀ ਬਹੁਤ ਧੰਨਵਾਦ ਹਾਲਾਂਕਿ ਤੁਸੀਂ ਅੱਜ ਬੋਲੇ ਨਹੀਂ ਹੋ ਬਟ ਤੁਹਾਡੀ ਪ੍ਰੈਜ਼ੈਂਸ ਸਾਡੇ ਵਾਸਤੇ ਮੈਟਰ ਕਰਦੀ ਹੈ ਮੈਮ ਠੀਕ ਹੈ ਥੈਂਕ ਯੂ ਸੋ ਮਚ ਸੁਖਵਿੰਦਰ ਮੈਮ ਥੈਂਕ ਯੂ ਹਰਨੂਰ ਸਰ ਥੈਂਕ ਯੂ ਸੋ ਮਚ ਕਸ਼ਿਸ਼ ਮੈਮ ਐਂਡ ਥੈਂਕ ਯੂ ਟੂ ਪੈਮਲ ਮੈਮ ਆਲਸੋ ਹੁਣ ਉਹ ਥੋੜੇ ਬਿਕੋਜ਼ ਆਫ ਸਮ ਕਨੈਕਟੀਵਿਟੀ ਇਸ਼ੂਜ਼ ਉਹ ਸਾਡੇ ਨਾਲ ਜੁੜੇ ਨਹੀਂ ਰਹਿ ਸਕੇ but thanks to her also मैं एक बार ऐड करता guys पैमल मैडम ਦੇ ਜਿਹੜੇ learn by maps ਹੈਗੇ ਆ they are very good ਤੇ ਆਪਣਾ even for prelims perspective also ਕਈ ਚੀਜ਼ਾਂ ਉਹਦੇ ਤੋਂ ਯਾਦ ਹੋ ਸਕਦੀਆਂ ਹੈਗੀਆਂ they are really very good guys ਠੀਕ ਹੈ ਤੇ ਮੈਂ ਇਸੇ ਨਾਲ ਐਂਡ ਕਰਦਾ ਜੀ ਅੱਜ ਦਾ webinar thank you so much everyone Thank you so thanks much. all Thank you participants so much. attendees for attending the webinar thanks all attendees thank you so much thank you sir